ਕਿ ਸਾਡੇ ਘਰਾਂ ਦੇ ਵਿੱਚ ਤਾਂ ਸੋਚਦੇ ਹੀ ਉਦੋਂ ਆ ਡਾਕਟਰ ਤੇ ਕਾਉਂਸਲਰ ਨੂੰ ਮਿਲਣ ਦੀ ਜਦੋਂ ਐਕਸਟ੍ਰੀਮਸ ਹੋ ਜਾਂਦੀਆਂ ਆ। ਤੁਹਾਡਾ ਕੀ ਐਕਸਪੀਰੀਅੰਸ ਕਹਿੰਦਾ? ਤੇ ਜਦੋਂ ਸਾਡੇ ਕੋਲ ਕਲਾਇੰਟਸ ਆਉਂਦੇ ਆ ਮੋਸਟ ਲਾਈਕਲੀ ਕ੍ਰਾਈਸਿਸ ਦੇ ਟਾਈਮ ਤੇ ਆਉਂਦੇ ਆ। ਉਹ ਉਦੋਂ ਨਹੀਂ ਆਉਂਦੇ ਜਦੋਂ ਉਹਨਾਂ ਦੀ ਆਪਣੀ ਸੋਚ ਕੇ ਦੇਖਦੇ ਕਿ ਠੀਕ ਆ ਮਾਈ ਮੈਂਟਲ ਹੈਲਥ ਇਟ ਡਜ਼ਨਟ ਸੀਮ ਗੁੱਡ, ਮੈਂ ਕਿਸੇ ਨਾਲ ਗੱਲ ਕਰਨਾ, ਦੈਟ ਡਜ਼ਨਟ ਹੈਪਨ ਇਨ ਆਰ ਕਮਿਊਨਿਟੀ। ਜਾਂ ਤਾਂ ਪੁਲਿਸ ਇਨਵੋਲਵ ਹੋ ਜਾਂਦੀ ਆ ਜਦੋਂ ਮੁੱਕੇ ਵੱਜ ਜਾਂਦੇ ਆ, ਜਾਂ ਫਿਰ ਡਰਿੰਕ ਕਰਕੇ ਕੁਛ ਤੋੜ ਹੁੰਦਾ ਜਾਂ ਬੱਚਿਆਂ ਦੇ ਮੂਹਰੇ ਕੁਛ ਹੋ ਜਾਂਦਾ। ਦੈਨ ਵੀ ਗੈਟ ਕਾਲਸ, ਚਿਲਡਰਨ ਫੈਮਿਲੀ ਸਰਵਿਸਿਜ਼ ਇਨਵੋਲਵ ਹੁੰਦੀਆਂ, ਜਾਂ ਫਿਰ ਸੁਸਾਈਡ ਅਟੈਂਪਟਸ ਹੋ ਜਾਂਦੇ ਆ, ਜਾਂ ਕਿਡਸ ਬੱਚੇ ਜਦੋਂ ਡਿਸਕਨੈਕਟ ਹੋ ਕੇ ਬੱਚੇ ਸ਼ਰਾਰਤਾਂ ਕਰਨ ਲੱਗ ਜਾਂਦੇ, ਲਿਸਨ ਨਹੀਂ ਕਰਦੇ, ਦੈਨ ਦੇ ਕੋ ਕਮ ਟੂ ਅਸ ਕਿ ਬੱਚੇ ਨਹੀਂ ਸੁਣਦੇ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਦੀ ਲਾਈਫ ਕੱਟ ਰਹੇ ਹੋ ਦੈਨ ਮੇਬੀ ਦੇਰ ਇਜ਼ ਸਮਥਿੰਗ ਟੂ ਥਿੰਕ ਅਬਾਊਟ ਕਿ ਵਾਈ ਡੂ ਯੂ ਫੀਲ ਲਾਈਕ ਦੈਟ, ਬਿਕਾਜ਼ ਜੇ ਤੁਸੀਂ ਕਿਉਂਕਿ ਦ ਮੀਨਿੰਗ ਆਫ ਲਾਈਫ ਇਜ਼ ਟੂ ਇੰਜੋਏ ਯੋਰਸੈਲਫ। ਜੇ ਤੁਸੀਂ ਠੀਕ ਆ ਆਈ ਨੋ ਲਾਈਫ ਟਫ ਹੁੰਦੀ ਆ, ਮੁਸ਼ਕਿਲ ਟਾਈਮ ਆਉਂਦੇ ਆ, ਬਟ ਜੇ ਤੁਹਾਡੀ ਲਾਈਫ ਬਸ ਨੋਰਮਲ ਚੱਲ ਰਹੀ ਆ, ਕੋਈ ਵੱਡੀ ਮੁਸ਼ਕਿਲ ਨਹੀਂ ਗਈ, ਬਟ ਫਿਰ ਵੀ ਤੁਹਾਨੂੰ ਐਂ ਲੱਗਦਾ ਕਿ ਮੈਂ ਆਪਦੀ ਲਾਈਫ ਕੱਟ ਰਹੀ ਹਾਂ, ਆਈ ਐਮ ਨਾਟ ਹੈਪੀ ਵਿਦ ਵਟ ਆਈ ਐਮ ਡੂਇੰਗ, ਦੈਨ ਉੱਥੇ ਪ੍ਰੋਬਲਮ ਹੈਗੀ ਆ। ਪਰ ਬਾਕੀ ਜਿਹੜੇ ਅਸੀਂ ਅਣਦੇਖਿਆ ਕਰਦੇ ਆ ਨਾ, ਕੋਈ ਨਹੀਂ ਹੋ ਜੂਗਾ, ਠੀਕ ਆ, ਕੁਛ ਨਹੀਂ ਹੋਇਆ ਤੈਨੂੰ, ਭੱਜਿਆ ਕਰੋ, ਜਾਓ ਐਕਸਰਸਾਈਜ਼ ਕਰਿਆ ਕਰੋ, ਕੋਈ ਕੰਮ ਕਰਿਆ ਕਰੋ, ਵਿਹਲੇ ਨਾ ਬੈਠੇ ਰਿਹਾ ਕਰੋ, ਇੱਦਾਂ ਦੀਆਂ ਚੀਜ਼ਾਂ ਦੇ ਲੇਬਲ ਲਾ ਕੇ ਜਿਹਨੇ ਆਪਣੇ ਮਨ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ। ਬਹੁਤ ਘੱਟ ਮੈਨਸ ਮੈਂਟਲ ਹੈਲਥ ਕੇਸਿਸ ਸਾਨੂੰ ਆਉਂਦੇ ਆ ਬਿਕਾਜ਼ ਜ਼ਿਆਦਾ ਐਡਿਕਸ਼ਨ ਕੇਸਿਸ ਜਾਂ ਡੋਮੈਸਟਿਕ ਵਾਇਲੈਂਸ ਕੇਸਿਸ ਆਉਂਦੇ ਆ, ਕਿਉਂਕਿ ਜੋ ਆਪਦੀ ਮੈਂਟਲ ਹੈਲਥ ਦੇ ਉੱਤੇ ਉਹ ਫੋਕਸ ਨਹੀਂ ਕਰਦੇ। ਜਦੋਂ ਡਰਿੰਕਿੰਗ ਇਸ਼ੂ ਬਣ ਜਾਂਦਾ, ਜਦੋਂ ਕਿਸੇ ਨੂੰ ਮਾਰਤਾ ਜਾਂ ਚਲਾ ਕੇ ਪੁਲਿਸ ਆ ਗਈ, ਫਿਰ ਉਹ ਕਾਉਂਸਲਿੰਗ ਚਾਹੁੰਦੇ ਆ। ਪਰ ਬੰਦੇ ਘੱਟ ਲੋਕਾਂ ਨਾਲ ਗੱਲ ਕਰਦੇ ਇਸ ਚੀਜ਼ ਬਾਰੇ। ਉਹ ਐਜ਼ ਅ ਵਾਰੀਅਰ ਬਣ ਕੇ ਚਲੇ ਗਏ, ਅਸੀਂ ਬਹੁਤ ਸਟਰੋਂਗ ਹੈਗੇ ਆ, ਸਾਨੂੰ ਨਾ ਤੁਸੀਂ ਦੱਸੋ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਕਈ ਵਾਰੀ ਇਹ ਆਪਣੇ ਮੁੰਡੇ ਆਦਮੀ ਜਿਹੜੇ ਆ ਉਹ ਐਕਸੈਪਟ ਕਰਨ ਨੂੰ ਤਿਆਰ ਨਹੀਂ, ਐਕਨੋਲੇਜ ਹੀ ਨਹੀਂ ਕਰਦੇ ਕਿ ਹਾਂ ਭਾਈ ਸਾਡੇ ਇਸ਼ੂਜ਼ ਹੈਗੇ ਆ, ਵੀ ਸਾਡੇ ਬਿਹੇਵੀਅਰ 'ਚ ਕੁਛ ਇੱਦਾਂ ਦਾ ਜਿਹੜਾ ਦੂਜਿਆਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ। ਪਰ ਜਦੋਂ ਤੱਕ ਅਸੀਂ ਰੀਅਲਾਈਜ਼ ਹੀ ਨਹੀਂ ਕਰਦੇ ਫਿਰ ਸੋਲਿਊਸ਼ਨ ਕਿੱਥੋਂ ਲੱਭਣਾ? ਪਰ ਵੂਮਨ ਆਪਦੀ ਇਮੋਸ਼ਨਸ ਐਕਸਪ੍ਰੈਸ ਕਰ ਦਿੰਦੀਆਂ, ਦੈਟਸ ਵਾਈ ਸੁਸਾਈਡ ਰੇਟਸ ਆਰ ਹਾਇਰ ਇਨ ਮੈਨ, ਹੈ ਨਾ। ਦਿਸ ਇਜ਼ ਯਰ ਹੋਸਟ ਗੁਰਪ੍ਰੀਤ, ਔਰ ਅੱਜ ਦੇ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਇਸ ਮਈ ਮਹੀਨੇ ਨੂੰ ਮੈਂਟਲ ਹੈਲਥ ਅਵੇਅਰਨੈਸ ਮੰਥ ਦੇ ਤੌਰ 'ਤੇ ਓਬਜ਼ਰਵ ਕੀਤਾ ਜਾਂਦਾ ਹੈ। ਔਰ ਬਹੁਤ ਸਾਰੀ ਗੱਲਬਾਤ ਵੈਸੇ ਤਾਂ ਪ੍ਰੋਗਰਾਮ ਰੋਸ਼ਨੀ ਦੇ ਵਿੱਚ ਵੈਨ ਇਟ ਕਮਸ ਟੂ ਮੈਂਟਲ ਹੈਲਥ ਅਸੀਂ ਕਰਦੇ ਵੀ ਰਹੀਦਾ ਹੈ। ਇਹਨਾਂ 'ਤੇ ਚਰਚਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਵੱਖ-ਵੱਖ ਮਸਲੇ ਜਿਹੜੇ ਆ ਸਾਡੇ ਸਾਰਿਆਂ ਵਾਸਤੇ ਜ਼ਰੂਰ ਬਣ ਜਾਂਦੇ ਨੇ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ, ਆਪਣੇ ਕੰਮਕਾਰ ਵਾਲੀ ਥਾਂ ਦੇ ਉੱਤੇ, ਜਿਹਦੇ ਕਰਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕੁਝ ਤਣਾਅ ਵੱਧਦਾ ਜਾ ਰਿਹਾ ਹੈ। ਔਰ ਜੇਕਰ ਉਹ ਮੁਸੀਬਤਾਂ 'ਚ ਠੱਲ ਨਹੀਂ ਪੈਂਦਾ ਤਾਂ ਫਿਰ ਕਿੱਥੇ ਠੱਲ ਪਾਇਆ ਜਾ ਸਕਦਾ ਹੈ? ਅਸੀਂ ਆਪਣੀ ਸੋਚ ਦੇ ਵਿੱਚ, ਜਿਹੜੇ ਸੋਚ ਦੇ ਘੋੜੇ ਇੰਨੇ ਜ਼ਿਆਦਾ ਦੌੜਾ ਦਿੰਦੇ ਆ ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਇੰਨੀ ਸਪੀਡ 'ਤੇ ਭੱਜਣ ਦੀ, ਪਰ ਉਹ ਕਿਤੇ ਨਾ ਕਿਤੇ ਜੇ ਅਸੀਂ ਉਹਨਾਂ ਨੂੰ ਕੰਟਰੋਲ ਕਰਨਾ ਸਿੱਖ ਜਾਈਏ, ਕਹਿੰਦੇ ਕਿ ਉਹਨਾਂ ਦੀ ਲਗਾਮ ਸਾਡੇ ਹੱਥ ਦੇ ਵਿੱਚ ਹੋਵੇ, ਅਤੇ ਆਪਣੀ ਮੈਂਟਲ ਹੈਲਥ ਨੂੰ ਅਸੀਂ ਮੈਨੇਜ ਕਰ ਸਕਦੇ ਹਾਂ। ਕਿਸੇ ਵੇਲੇ ਸਪੋਰਟ ਦੀ ਵੀ ਲੋੜ ਹੋ ਸਕਦੀ ਹੈ, ਕਿਸੇ ਵੇਲੇ ਸਾਨੂੰ ਆਪਣੇ ਪਰਿਵਾਰ ਦੀ ਸਹਿਯੋਗ ਦੀ ਲੋੜ ਹੈ, ਕਿਸੇ ਵੇਲੇ ਆਪਣੇ ਫਰੈਂਡਸ ਦੇ ਸਪੋਰਟ ਦੀ ਲੋੜ ਹੁੰਦੀ ਹੈ। ਅਤੇ ਜੇਕਰ ਕੁਝ ਨਹੀਂ ਹੈ ਤਾਂ ਫਿਰ ਕਾਉਂਸਲਿੰਗ ਜਿਹੜੀ ਹੈ, ਕਾਉਂਸਲਰਸ, ਸਾਈਕੋਲੋਜਿਸਟ ਜਿਹੜੇ ਨੇ ਉਹ ਬਹੁਤ ਅੱਛੀਆਂ ਸੇਵਾਵਾਂ ਜਿਹੜੀਆਂ ਦਿੰਦੇ ਆ। ਔਰ ਜੇਕਰ ਤੁਸੀਂ ਇਨ ਦ ਪ੍ਰੋਸੈਸ ਹੋ ਗੋਇੰਗ ਥਰੂ ਸਮ ਕਾਈਂਡ ਆਫ ਮੈਂਟਲ ਹੈਲਥ ਇਸ਼ੂਜ਼ ਤਾਂ ਫਿਰ ਹੀਲਿੰਗ ਦੇ ਵਿੱਚ ਹੈਲਪ ਵੀ ਹੋਊਗੀ। ਇਸੇ ਹੀ ਮਕਸਦ ਦੇ ਨਾਲ ਅੱਜ ਦੇ ਪ੍ਰੋਗਰਾਮ ਰੋਸ਼ਨੀ 'ਚ ਅਸੀਂ ਗੱਲਬਾਤ ਕਰਨੀ ਹੈ। ਸਾਡੇ ਨਾਲ ਤਾਨੀਆ ਭੁੱਲਰ ਜਿਹੜੇ ਕਿ PCHS ਕੈਲਗਰੀ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਨਾਲ ਨੇ, ਮੈਨੇਜਰ ਆਫ ਪ੍ਰੋਗਰਾਮ ਡਿਵੈਲਪਮੈਂਟ ਐਂਡ ਐਨਾਲਿਟਿਕਸ, ਹਰਸੈਲਫ ਅ ਸਾਈਕੋਲੋਜਿਸਟ। ਇਹਨਾਂ ਦੇ ਨਾਲ ਅਸੀਂ ਗੱਲਬਾਤ ਦੇ ਦੌਰਾਨ ਸਮਝਣ ਦੀ ਇਹ ਕੋਸ਼ਿਸ਼ ਕਰਨੀ ਹੈ ਕਿ ਕਿੱਥੇ ਕੀ ਹੋ ਸਕਦਾ ਹੈ ਸਾਡੇ ਘਰਾਂ ਦੇ ਸੈਟਅਪ ਦੇ ਵਿੱਚ, ਅਤੇ ਸਾਡੀ ਮਾਨਸਿਕ ਸਿਹਤ ਦੇ ਉੱਤੇ ਕਿਹਨਾਂ ਚੀਜ਼ਾਂ ਦਾ ਅਸਰ ਪੈਂਦਾ। ਪਹਿਲਾਂ ਤਾਂ ਇਹੀ ਸਮਝੀਏ ਕਿ ਭਾਵੇਂ ਅਸੀਂ ਬਹੁਤ ਅਵੇਅਰਨੈਸ ਦੀ ਗੱਲ ਕਰਦੇ ਹਾਂ ਵੈਨ ਇਟ ਕਮਸ ਟੂ ਮੈਂਟਲ ਹੈਲਥ, ਕੁਝ ਚੁਣਿੰਦਾ ਲੋਕ ਨੇ ਜਿਹੜੇ ਰੈਕਗਨਾਈਜ਼ ਕਰਦੇ ਆ ਇਹਨਾਂ ਨੂੰ, ਪਰ ਬਾਕੀ ਜਿਹੜੇ ਅਸੀਂ ਅਣਦੇਖਿਆ ਕਰਦੇ ਆ ਨਾ, ਕੋਈ ਨਹੀਂ ਹੋ ਜੂਗਾ, ਠੀਕ ਆ, ਕੁਛ ਨਹੀਂ ਹੋਇਆ ਤੈਨੂੰ, ਭੱਜਿਆ ਕਰੋ, ਜਾਓ ਐਕਸਰਸਾਈਜ਼ ਕਰਿਆ ਕਰੋ, ਕੋਈ ਕੰਮ ਕਰਿਆ ਕਰੋ, ਵਿਹਲੇ ਨਾ ਬੈਠੇ ਰਿਹਾ ਕਰੋ, ਇੱਦਾਂ ਦੀਆਂ ਚੀਜ਼ਾਂ ਦੇ ਲੇਬਲ ਲਾ ਕੇ ਜਿਹਨੇ ਆਪਣੇ ਮਨ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਉਹਨੂੰ ਚੁੱਪ ਕਰਾ ਦਿੱਤਾ ਜਾਂਦਾ। ਕੀ ਅਸੀਂ ਇਹਨੂੰ ਰੈਕਗਨਾਈਜ਼ ਕਰਨ ਨੂੰ ਤਿਆਰ ਨਹੀਂ, ਜਾਂ ਫਿਰ ਕਿਉਂਕਿ ਸਾਨੂੰ ਨਹੀਂ ਕਦੇ ਇਹਦਾ ਸਾਹਮਣਾ ਕਰਨਾ ਪਿਆ ਮੈਂਟਲ ਇਲਨੈਸ ਦਾ, ਤਾਂ ਫਿਰ ਇਸ ਕਰਕੇ ਅਸੀਂ ਸਾਹਮਣੇ ਵਾਲੇ ਨੂੰ ਵੀ ਸਮਝਦੇ ਹਾਂ ਕਿ ਅੱਛਾ ਊਂ ਹੀ ਕਰਦੇ ਆ। ਤਾਨੀਆ ਮੇਰੇ ਨਾਲ ਪ੍ਰੋਗਰਾਮ ਸ਼ਾਮਲ ਹੋ ਗਏ ਨੇ, ਵੈਲਕਮ, ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਗੁਰਪ੍ਰੀਤ, ਥੈਂਕ ਯੂ ਫॉर ਹੈਵਿੰਗ ਮੀ। ਕੀ ਹਾਲ ਚਾਲ ਤੁਹਾਡਾ? ਤੇ ਬਿਲਕੁਲ ਠੀਕ।
ਹਾਂਜੀ ਸੋ ਤਾਨੀਆ ਵੈਨ ਇਟ ਕਮਸ ਟੂ ਆਪਣੀਆਂ ਫੈਮਲੀਜ਼ ਫਸਟ ਆਫ ਆਲ ਇਹੀ ਕਿ ਇਨੀ ਦਿਨੀ ਅਸੀਂ ਸੋਸ਼ਲ ਮੀਡੀਆ ਦੇ ਕਰਕੇ ਪਤਾ ਨਹੀਂ ਜਾਂ ਅਸੀਂ ਥੋੜ੍ਹਾ ਜਿਹਾ ਵੀ ਲੋ ਫੀਲ ਕਰਦੇ ਹਾਂ, ਅਸੀਂ ਡਿਪਰੈਸ਼ਨ ਐਂਗਜ਼ਾਇਟੀ ਦੇ ਟਰਮਸ ਜਿਹੜੀਆਂ ਉਹ ਝੱਟ ਇਸਤੇਮਾਲ ਕਰਦੇ ਹਾਂ। ਇਹ ਇੰਨੀਆਂ ਫਰੀਕੁਐਂਟਲੀ ਯੂਜ਼ ਹੋਣ ਲੱਗ ਗਈਆਂ ਕਿ ਸੱਚੀ ਮੁੱਚੀ ਪ੍ਰੋਬਲਮ ਵੱਧ ਗਈ ਹੈ ਜਾਂ ਅਸੀਂ ਇਹਨਾਂ ਨੂੰ ਐਜ਼ ਸਲੈਂਗ ਵਰਤਣਾ ਸ਼ੁਰੂ ਕਰ ਦਿੱਤਾ ਹੈ? ਬਿਲਕੁਲ ਇਹ ਕਾਫੀ ਕਾਮਨ ਹੋ ਗਈਆਂ। ਆਈ ਥਿੰਕ ਕੋਵਿਡ ਹੋਣ ਦੇ ਬਾਅਦ ਕਾਫੀ ਲੋਕਾਂ ਨੂੰ ਜਦੋਂ ਸਟ੍ਰੈਸ ਹੁੰਦਾ ਸੀ ਕਿਉਂਕਿ ਇੰਨੀ ਵਰਲਡ 'ਚ ਅਨਸਰਟਨਿਟੀ ਹੁੰਦੀ ਆ ਅਤੇ ਆਪਾਂ ਫੀਲ ਕਰਦੇ ਹਾਂ ਕਿ ਉਹ ਮੈਨੂੰ ਤਾਂ ਬਹੁਤ ਦੁੱਖ ਆ, ਸੋ ਆਮ ਡਿਪਰੈਸ। ਇਹ ਜਿਹੀ ਵਰਡਸ ਆਪਾਂ ਕਾਫੀ ਯੂਜ਼ ਕਰਦੇ ਹਾਂ, ਸੋਸ਼ਲ ਮੀਡੀਆ ਦੇ ਕਰਕੇ ਕਾਫੀ ਪੋਪੂਲਰ ਹੋਇਆ। ਪਰ ਇਹ ਜੇ ਸਮਝਾਂਗੇ ਇਹਨੂੰ ਆਪਾਂ ਇੱਕ ਜਿਵੇਂ ਮਾਨਸਿਕ ਸਿਹਤ ਦੇ ਤਰ੍ਹਾਂ ਸਮਝ ਸਕਦੇ ਹਾਂ। ਸੋ ਮੈਂਟਲ ਹੈਲਥ ਤੁਹਾਡੀ ਬੇਸਿਕਲੀ ਦਿਮਾਗ ਦੀ ਹੈਲਥ ਆ। ਜਿਵੇਂ ਬੋਡੀ ਦੀ ਫਿਜ਼ੀਕਲ ਹੈਲਥ ਹੁੰਦੀ ਆ, ਮੈਂਟਲ ਹੈਲਥ ਇੱਕ ਅੰਬਰੇਲਾ ਹੈਗੀ ਆ। ਉਹਦੇ ਅੰਡਰ ਜੇ ਡਿਸਆਰਡਰਸ ਦੀ ਗੱਲ ਕਰੋ ਤਾਂ ਇਹ ਮੂਡ ਡਿਸਆਰਡਰਸ, ਡਿਪਰੈਸ਼ਨ, ਐਂਜ਼ਾਇਟੀ, ਇਹ ਸਾਰੀ ਚੀਜ਼ਾਂ ਆਉਂਦੀਆਂ। ਬਟ ਉਹਨਾਂ ਨੂੰ ਸਮਝਣ ਤੋਂ ਪਹਿਲਾਂ ਵੀ ਹੈਵ ਟੂ ਅੰਡਰਸਟੈਂਡ ਕਿ ਮਾਨਸਿਕ ਸਿਹਤ ਕੀ ਹੁੰਦੀ ਆ, ਮੈਂਟਲ ਹੈਲਥ ਹੁੰਦੀ ਕੀ ਆ। ਸੋ ਇਹ ਇੱਕ ਰੇਂਜ ਹੈਗੀ ਆ। ਸੋ ਦ ਬੈਸਟ ਇਜ਼ ਗੁੱਡ। ਸੋ ਜੇ ਇੱਕ ਪਾਸੇ ਗੁੱਡ ਹੈਗੀ ਆ, ਦੂਜੇ ਪਾਸੇ ਬੈਡ। ਸੋ ਗੁੱਡ ਮੈਂਟਲ ਹੈਲਥ, ਬੈਡ ਮੈਂਟਲ ਹੈਲਥ ਜਾਂ ਓਕੇ ਵਿੱਚ ਓਕੇ ਮੈਂਟਲ ਹੈਲਥ, ਰਾਈਟ। ਸੋ ਸਾਰਿਆਂ ਕੋਲ ਮੈਂਟਲ ਹੈਲਥ ਹੈਗੀ ਆ। ਆਈ ਨਹੀਂ ਗਾ ਕਿ ਜਿਨ੍ਹਾਂ ਨੂੰ ਮੈਂਟਲ ਇਲਨੈਸ ਆ ਉਹਨਾਂ ਨੂੰ ਹੀ ਮੈਂਟਲ ਹੈਲਥ ਇਸ਼ੂਜ਼ ਹੈਗੇ ਆ ਜਾਂ ਉਹਨਾਂ ਨੂੰ ਹੀ ਮੈਂਟਲ ਹੈਲਥ ਦੀ ਟੇਕ ਕੇਅਰ ਕਰਨੀ ਚਾਹੀਦੀ ਹੈ। ਵੀ ਆਲ ਆਰ ਟੇਕਿੰਗ ਕੇਅਰ ਆਫ ਆਰ ਮੈਂਟਲ ਹੈਲਥ ਆਲ ਦ ਟਾਈਮ। ਸੋ ਇਹ ਸਮਝਾ ਕਿ ਜਦੋਂ ਬੈਡ ਮੈਂਟਲ ਹੈਲਥ ਹੁੰਦੀ ਹੈ ਉਦੋਂ ਕੀ ਹੁੰਦਾ, ਜੇ ਤੁਹਾਡੇ ਮਾਈਂਡ 'ਚ ਜ਼ਿਆਦਾ ਨੈਗੇਟਿਵ ਥਾਟਸ ਆਉਂਦੇ ਆ, ਤੁਹਾਨੂੰ ਸਟਰੈਸ ਜ਼ਿਆਦਾ ਰਹਿੰਦਾ, ਤੁਹਾਨੂੰ ਇਮੋਸ਼ਨਸ ਕੰਟਰੋਲ ਨਹੀਂ ਹੁੰਦੀਆਂ, ਥੋੜ੍ਹੀ ਜਿਹੀ ਚੀਜ਼ ਤੁਹਾਨੂੰ ਬੁਰੀ ਲੱਗਦੀ ਹੈ ਤੁਸੀਂ ਬਹੁਤ ਵੱਡੀ ਬਣ ਜਾਂਦੀ ਆ, ਤੁਸੀਂ ਲੜਦੇ ਹੋ, ਫਰਸਟਰੇਟ ਜ਼ਿਆਦਾ ਹੋ ਰਹੇ ਹੋ, ਦੈਟ ਮੀਨਸ ਤੁਹਾਡੀ ਮੈਂਟਲ ਹੈਲਥ ਬੈਡ ਹੈਗੀ ਹੈ, ਠੀਕ ਨਹੀਂ ਗੀ। ਜੇ ਮੋਸਟਲੀ ਤੁਸੀਂ ਲਾਈਫ 'ਚ ਉਹੀ ਇਸੇ ਚੀਜ਼ਾਂ 'ਚ ਫਸੇ ਰਹਿੰਦੇ ਹੋ, ਦੈਟ ਮੀਨਸ ਮੋਸਟ ਲਾਈਕਲੀ ਯੋਰ ਮੈਂਟਲ ਹੈਲਥ ਇਜ਼ ਬੈਡ। ਜੇ ਤੁਸੀਂ ਕਿਉਂਕਿ ਸਟਰੈਸ ਸਾਰਿਆਂ ਨੂੰ ਹੁੰਦਾ, ਨੈਗੇਟਿਵ ਫੀਲਿੰਗ ਸਾਰਿਆਂ ਦੇ ਮਾਈਂਡ 'ਚ ਆਉਂਦੀਆਂ, ਐਂਗਰ, ਗੁੱਸਾ, ਫਾਈਟ ਸਾਰੇ ਹੁੰਦੇ ਆ। ਪਰ ਜੇ ਇਹ ਥੋੜ੍ਹਾ ਜਿਹਾ ਤੁਹਾਡੀ ਲਾਈਫ 'ਚ ਪਾਰਟ ਆ, ਪਰ ਤੁਸੀਂ ਯੂਜਲੀ ਇਹਦੇ ਤੋਂ ਨਿਕਲ ਸਕਦੇ ਹੋ, ਵਾਪਸ ਕੰਟੈਂਟ ਥੋੜ੍ਹਾ ਜਿਹਾ ਸ਼ਾਂਤ ਜਾਂ ਪੀਸਫੁਲ ਰਿਲੈਕਸਡ ਮਾਈਂਡ ਰੱਖ ਸਕਦੇ ਹੋ ਮੋਸਟਲੀ, ਦੈਨ ਯੂ ਮੈਂਟਲ ਹੈਲਥ ਇਜ਼ ਗੁੱਡ। ਜੇ ਆਪਾਂ ਵਿੱਚ ਵਾਲੇ ਹੁੰਦੇ ਆ, ਦੈਟ ਮੀਨਸ 50-50। ਜ਼ਿਆਦਾਤਰ ਸਾਡਾ ਟਾਈਮ ਉੱਥੇ ਹੀ ਹੁੰਦਾ, ਮੈਂਟਲ ਨੈਗੇਟਿਵ ਥਾਟਸ, ਸਟਰੈਸ ਹੋਣਾ, ਹਰ ਚੀਜ਼ 'ਤੇ ਫਰਸਟਰੇਟ ਹੋ ਜਾਣਾ, ਲਾਈਕ ਖਿਝਿਆਪਣ ਜਿਹੜਾ ਹਮੇਸ਼ਾ ਰਹਿਣਾ ਅਤੇ ਦੁਖੀ ਜੇ ਤੁਸੀਂ ਰਹਿੰਦੇ ਹੋ ਆਪਦੀ ਲਾਈਫ ਤੋਂ। ਪਰ ਕਦੇ ਕੋਈ ਚਲੋ ਕੋਈ ਖੁਸ਼ੀ ਵਧੀਆ ਮੂਮੈਂਟਸ ਵੀ ਹੁੰਦੇ ਆ, ਤਾਂ ਤੁਸੀਂ ਮਿਡਲ 'ਚ ਹੈਗੇ ਹੋ। ਸੋ ਇਹ ਤੁਸੀਂ ਆਪ ਅਸੈਸ ਕਰ ਸਕਦੇ ਹੋ ਕਿ ਕਿੱਥੇ ਹੋ ਤੁਸੀਂ ਉਸ ਰੇਂਜ 'ਚ। ਹੁਣ ਜਦੋਂ ਇਹਦੇ ਅੰਦਰ ਤੁਹਾਡੇ ਡਿਸਆਰਡਰਸ ਆਉਂਦੇ ਆ, ਉਹ ਦੋ ਤਰੀਕੇ ਨਾਲ ਆਉਂਦੇ। ਇੱਕ ਤਾਂ ਜੇ ਤੁਸੀਂ ਬੈਡ ਮੈਂਟਲ ਹੈਲਥ 'ਚ ਬਹੁਤ ਲੰਬੇ ਸਮੇਂ ਤੋਂ ਰਹਿ ਰਹੇ ਹੋ, ਤੁਸੀਂ 80 to 90% ਆਫ ਯਰ ਟਾਈਮ ਤੁਸੀਂ ਇਰੀਟੇਟਡ ਰਹਿੰਦੇ ਹੋ ਜਾਂ ਹਾਈਲੀ ਸਟ੍ਰੈਸਡ ਰਹਿੰਦੇ ਹੋ, ਫਰਸਟਰੇਟਡ ਰਹਿੰਦੇ ਹੋ ਅਤੇ ਬਹੁਤ ਸਾਲਾਂ ਤੋਂ ਇਹੋ ਜਿਹੇ ਰਹਿੰਦੇ ਹੋ, ਦੈਨ ਯੂ ਕੈਨ ਡਿਵੈਲਪ ਡਿਪਰੈਸ਼ਨ, ਯੂ ਕੈਨ ਡਿਵੈਲਪ ਐਂਗਜ਼ਾਇਟੀ। ਤੁਸੀਂ ਹਮੇਸ਼ਾ ਹਰ ਚੀਜ਼ ਤੋਂ ਡਰਦੇ ਹੋ ਜਾਂ ਐਂਕਸ਼ੀਅਸ ਹੋ ਕੇ ਤੁਸੀਂ ਕੰਮ ਕਰਦੇ ਹੋ, ਯੂ ਕੈਨ ਡਿਵੈਲਪ ਦੋਜ਼ ਡਿਸਆਰਡਰਸ। ਅਤੇ ਦੂਜੀ ਤਰ੍ਹਾਂ ਮੈਂਟਲ ਹੈਲਥ ਡਿਸਆਰਡਰਸ ਉਦੋਂ ਆਉਂਦੇ ਆ ਜਦੋਂ ਤੁਹਾਡੇ ਬ੍ਰੇਨ ਦੇ ਵਿੱਚ ਕੈਮੀਕਲ ਇੰਬੈਲੈਂਸ ਹੁੰਦੇ ਆ। ਕਦੇ ਸਾਡੀ ਲਾਈਫ 'ਚ ਸਿਚੁਏਸ਼ਨ ਸਾਰਾ ਕੁਛ ਠੀਕ ਆ, ਐਵਰੀਥਿੰਗ ਇਜ਼, ਦੇਰ ਇਜ਼ ਨੋ ਰੀਜ਼ਨ ਤੁਸੀਂ ਡਿਪਰੈਸ ਨੂੰ, ਪਰ ਫਿਰ ਵੀ ਤੁਹਾਨੂੰ ਲੋ ਫੀਲਿੰਗ ਹੁੰਦੀ ਆ, ਨੈਗੇਟਿਵ ਥਾਟਸ ਹੁੰਦੇ ਆ, ਦੈਨ ਮੋਸਟ ਲਾਈਕਲੀ ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ, ਤੁਹਾਨੂੰ ਡਾਇਗਨੋਸ ਕਰ ਦਿੰਦੇ ਆ ਅਤੇ ਤੁਹਾਨੂੰ ਮੈਡੀਕੇਸ਼ਨ ਨਾਲ ਉਹ ਠੀਕ ਹੋ ਸਕਦੀ ਆ, ਟਾਕ ਥੈਰੇਪੀ ਨਾਲ ਵੀ ਠੀਕ ਹੋ ਸਕਦੀ ਆ। ਪਰ ਇਹ ਅੰਡਰਸਟੈਂਡਿੰਗ ਇਜ਼ ਇੰਪੋਰਟੈਂਟ ਕਿ ਜਸਟ ਬਿਕੋਜ਼ ਤੁਸੀਂ ਸਟ੍ਰੈਸਡ ਹੋ ਥੋੜ੍ਹੀ ਦੇਰ ਲਈ ਜਾਂ ਫਿਰ ਨੈਗੇਟਿਵ ਥਾਟਸ ਜ਼ਿਆਦਾ ਆ ਰਿਹਾ, ਮੇ ਬੀ ਇਟਸ ਅ ਫੇਜ਼ ਯੂ ਆਰ ਗੋਇੰਗ ਥਰੂ, ਡਜ਼ਨਟ ਮੀਨ ਯੂ ਹੈਵ ਡਿਪਰੈਸ਼ਨ, ਬਟ ਤੁਸੀਂ ਬੈਡ ਮੈਂਟਲ ਹੈਲਥ 'ਚ ਹੈਗੇ ਹੋ। ਬਟ ਇਫ ਦੈਟ ਡਜ਼ਨਟ change, then it can develop into situational depression ਕਹਿ ਦਿੰਦੇ ਆ ਉਹਨੂੰ, ਜਾਂ ਬੇਸਿਕਲੀ ਤੁਹਾਡੀ ਇਨਵਾਇਰਨਮੈਂਟ ਦੇ ਕਰਕੇ ਤੁਹਾਨੂੰ ਉਹ ਮੈਂਟਲ ਹੈਲਥ ਇਸ਼ੂਜ਼ ਆ ਜਾਂਦੇ ਆ। ਦੈਟਸ ਰਾਈਟ ਤਾਨੀਆ। ਕਈ ਵਾਰੀ ਅਸੀਂ ਬਹੁਤ ਲੰਮਾ ਸਮਾਂ, ਕਈ ਸਾਲ ਜਿਹੜੇ ਇੱਦਾਂ ਹੀ ਕੱਢ ਦਿੰਦੇ ਆ, ਕੋਈ ਨਹੀਂ ਹੋ ਜਾਊਗਾ ਠੀਕ, ਸਾਰਿਆਂ ਨੂੰ ਹੀ ਪ੍ਰੋਬਲਮਸ ਆਉਂਦੀਆਂ, ਮੈਨੂੰ ਇਕੱਲੇ ਨੂੰ ਥੋੜ੍ਹੀ ਆਈਆਂ। ਕਦੇ ਆਪਣੇ ਆਪ 'ਚ ਡਿਨਾਈ ਵੀ ਕਰਨ ਦੀ ਕੋਸ਼ਿਸ਼ ਕਰਦੇ, ਮੈਨੂੰ ਕੁਛ ਨਹੀਂ ਹੋਇਆ, ਐਂਡ ਲੋਕਾਂ ਮੂਹਰੇ ਮਖੌਟਾ ਪਾ ਕੇ ਘੁੰਮਦੇ ਆ। ਵੈਦਰ ਉਹ ਮੈਂਟਲ ਹੈਲਥ ਦੇ ਇਸ਼ੂਜ਼ ਹੈ ਜਾਂ ਫਿਰ ਸਬਸਟੈਂਸ ਇਸ਼ੂਜ਼, ਜਿਹੜਾ ਯੂਸੇਜ ਹੈ ਉਹਦੇ ਇਸ਼ੂਜ਼ ਬਣ ਗਏ ਹੋਏ ਆ। ਉਹ ਐਤਕੀ ਦਾ ਕਹਿੰਦੇ ਥੀਮ ਵੀ ਇਹੀ ਸੀਗਾ, ਅਨਮਾਸਕਿੰਗ ਮੈਂਟਲ ਹੈਲਥ, ਬਿਕੋਜ਼ ਮਖੌਟਾ ਮਾਸਕ ਪਾ ਕੇ ਘੁੰਮਣਾ ਔਰ ਆਪਣਾ ਇੱਕ ਮੁਸਕਰਾਉਂਦਾ ਹੋਇਆ ਚਿਹਰਾ ਸਾਰਿਆਂ ਦੇ ਮੂਹਰੇ ਲੈ ਕੇ ਜਾਣਾ ਤਾਂ ਕਿ ਲੁਕੋ ਲਈਏ, ਲੋਕਾਂ ਨੂੰ ਪਤਾ ਨਾ ਚੱਲੇ ਵਾਟ ਵੀ ਆਰ ਗੋਇੰਗ ਥਰੂ, ਔਰ ਜਜਮੈਂਟ ਐਂਡ ਡਿਸਕ੍ਰਿਮੀਨੇਸ਼ਨ ਤੋਂ ਅਸੀਂ ਬਚ ਜਾਈਏ। ਬਿਲਕੁਲ। ਇਹ ਜਦੋਂ ਤੁਸੀਂ ਇਹ ਮਾਸਕਿੰਗ ਕਹਿੰਦੇ ਹੋ, ਤੁਸੀਂ ਸਾਰੇ ਜੇ ਆਪਦੇ ਆਪ ਬਾਰੇ ਸੋਚਣ, ਜਦੋਂ ਵੀ ਕੈਂਡਿਡ ਫੋਟੋਜ਼ ਲੈਂਦੇ ਆ ਕੋਈ, ਸਮਬਡੀ ਡਜ਼ਨਟ ਨੋ ਇਟ ਦੇ ਟੇਕਿੰਗ ਅ ਫੋਟੋ, ਅਤੇ ਜੇ ਤੁਹਾਡਾ ਮੂੰਹ
that's when you should see your face ਕਿ ਕਿਵੇਂ ਤੁਸੀਂ ਨਾਰਮਲੀ ਹੁੰਦੇ ਹੋ ਕਿਉਂਕਿ ਜਦੋਂ ਕੈਮਰਾ ਆਂਦਾ we just want to ਕਹਿੰਦੇ ਕੈਂਡਿਡ ਪਿਕਚਰਸ ਨਾ ਲਓ ਮੇਰੀ ਕਿਉਂਕਿ I can't control ਮੇਰੀ ਕੀ ਰੀਅਲ ਫੀਲਿੰਗਸ ਆ ਮੈਨੂੰ ਦੱਸੋ ਜਦੋਂ ਕੈਮਰਾ ਹੈਗਾ I will smile and that is what I want to show the world right so ਇਸ ਲਈ ਕੀ ਕਹਿੰਦੇ ਆ ਤੁਹਾਡਾ ਜਿਹੜਾ ਰੀਅਲ ਫੀਲਿੰਗਸ ਆ ਉਦੋਂ ਆਉਂਦੀਆਂ ਜਦੋਂ ਕੋਈ ਤੁਹਾਨੂੰ ਦੇਖ ਨਹੀਂ ਰਿਹਾ ਕੋਈ ਫੋਟੋਗ੍ਰਾਫ ਨਹੀਂ ਆ then look in the mirror and see what your face is right that is most likely the reflection of how you're really feeling right and ਜੇ ਅਸੀਂ ਇਹ ਕਹੀਏ ਕਿ ਪਹਿਲਾਂ ਧਿਆਨ ਨਹੀਂ ਰੱਖਿਆ ਫਿਰ ਬਾਅਦ ਚ ਵਿਗੜਦੀ ਜਾਂਦੀ ਔਰ ਇੰਨੀ ਕੁ ਵਿਗੜਦੀ ਜਾਂਦੀ ਹੈ ਕਿ ਸਾਡੇ ਘਰਾਂ ਦੇ ਵਿੱਚ ਤਾਂ ਸੋਚਦੇ ਹੀ ਉਦੋਂ ਆ ਡਾਕਟਰ ਤੇ ਕਾਉਂਸਲਰ ਨੂੰ ਮਿਲਣ ਦੀ ਜਦੋਂ ਐਕਸਟ੍ਰੀਮਸ ਹੋ ਜਾਂਦੀਆਂ ਆ ਤੁਹਾਡਾ ਕੀ ਐਕਸਪੀਰੀਅੰਸ ਕਹਿੰਦਾ ਜਦੋਂ ਇਹ ਆਪਾਂ ਸੀਰੀਅਸਲੀ ਲੈਂਦੇ ਨਹੀਂ ਨਾ ਇਹ ਜਿਵੇਂ ਤੁਸੀਂ ਹੁਣੇ ਕਿਹਾ ਕਿ ਵੀ ਡੋਂਟ ਅਸੀਂ ਕਹਿੰਦੇ ਇਟਸ ਓਕੇ ਵਾਕ ਕਰਨ ਚਲ ਜਾਓ ਡੂ ਦਿਸ ਡੂ ਦੈਟ ਠੀਕ ਹੋ ਜੂਗਾ ਦੇਰ ਇਜ਼ ਨਥਿੰਗ ਟੂ ਟਾਕ ਅਬਾਊਟ ਇਹਦੇ ਬਾਰੇ ਗੱਲ ਨਾ ਕਰੋ ਆਪਾਂ ਇਹਨੂੰ ਸੀਰੀਅਸ ਨਹੀਂ ਲੈਂਦੇ ਐਂਡ ਆਪਾਂ ਇਗਨੋਰ ਕਰਦੇ ਹਾਂ ਆਪਾਂ ਸੋਚਦੇ ਹਾਂ ਕਿ ਇਹ ਜਦੋਂ ਜੇ ਆਪਾਂ ਬੈਡ ਮੈਂਟਲ ਹੈਲਥ 'ਚ ਬਹੁਤ ਜ਼ਿਆਦਾਤਰ ਰਹਿੰਦੇ ਹਾਂ ਵੀ ਗੈਟ ਯੂਜ਼ਡ ਟੂ ਇਟ ਇਸ 'ਤੇ ਸਾਡੀ ਫਿਰ ਉਹ ਪਰਸਨੈਲਿਟੀ ਬਣ ਜਾਂਦੀ ਹੈ ਸਾਡਾ ਮੂੰਹ ਉਹ ਜਿਹਾ ਉਹ ਸਾਰੇ ਤੁਹਾਨੂੰ ਉਵੇਂ ਹੀ ਦੇਖਦੇ ਆ ਅਤੇ ਇਹਦੇ 'ਚ ਥੋੜ੍ਹਾ ਜਿਹਾ ਇੰਟਰਸਟਿੰਗ ਆ ਮੈਨ ਐਂਡ ਵੂਮਨ 'ਚ ਡਿਫਰੈਂਸ ਵੀ ਹੈਗਾ ਸੋ ਜਦੋਂ ਆਪਾਂ ਬੈਡ ਮੈਂਟਲ ਹੈਲਥ 'ਚ ਬੰਦੇ ਰਹਿੰਦੇ ਆ ਉਹ ਡਿਫਰੈਂਟਲੀ ਉਹਦੇ ਨਾਲ ਕੀ ਕਹਿੰਦੇ ਮੈਨੇਜ ਕਰਦੇ ਆ ਅਤੇ ਵੂਮਨ ਥੋੜ੍ਹਾ ਡਿਫਰੈਂਟ ਜਦੋਂ ਵੂਮਨ ਨੂੰ ਬੈਡ ਮੈਂਟਲ ਹੈਲਥ ਕਾਫੀ ਟਾਈਮ ਲਾਈਕ ਉਹ ਹੁੰਦੇ ਆ ਸੋ ਨੈਗੇਟਿਵ ਥਾਟਸ ਆ ਰਹੇ ਆ ਤੁਸੀਂ ਕਾਫੀ ਸਟਰੈਸਡ ਹੋ ਉਹ ਕਿਸੇ ਨੂੰ ਕਾਲ ਕਰਦੇ ਆ ਰਾਈਟ ਫਰੈਂਡ ਨਾਲ ਗੱਲ ਕਰ ਲਏ ਮੰਮੀ ਨਾਲ ਸਿਸਟਰ ਨਾਲ ਕਿਸੇ ਨਾਲ ਗੱਲ ਕਰ ਲਿਆ ਜਦੋਂ ਉਹਨਾਂ ਦੀ ਇਮੋਸ਼ਨਸ ਕੰਟਰੋਲ ਨਹੀਂ ਹੁੰਦੀ ਉਹ ਜਿਵੇਂ ਆਪਦੀ ਵੋਇਸ ਉੱਚੀ ਕਰਕੇ ਯੈਲ ਕਰਦੇ ਆ ਗਾਲੀਆਂ ਕੱਢਦੇ ਆ ਜਾਂ ਜੋ ਵੀ ਕਰਨਾ ਰੋ ਲੈਂਦੇ ਆ ਹੈ ਨਾ ਬਲੇਮ ਕਰਦੇ ਆ ਕਿ ਉਹਦੀ ਗਲਤੀ ਆ ਅਤੇ ਕ੍ਰਿਟੀਸਾਈਜ਼ ਕਰਦੇ ਆ ਲੋਕਾਂ ਨੂੰ ਥੋੜ੍ਹੀ ਦੇਰ ਲਈ ਯੂ ਫੀਲ ਗੁੱਡ ਜਦੋਂ ਬੰਦਿਆਂ ਨੂੰ ਮੈਂਟਲ ਹੈਲਥ ਇਸ਼ੂਜ਼ ਹੁੰਦਾ ਉਹ ਜ਼ਿਆਦਾ ਉਹਨਾਂ ਨੂੰ ਸਟਰੈਸ ਹੁੰਦਾ ਇਮੋਸ਼ਨਸ ਮੈਨੇਜ ਨਹੀਂ ਹੁੰਦੀ ਉਹਨਾਂ ਨੂੰ ਗੁੱਸਾ ਆਉਂਦਾ ਉਹ ਮੋਸਟ ਲਾਈਕਲੀ ਦੇ ਟਰਨ ਟੂ ਸਬਸਟੈਂਸਿਸ ਰਾਈਟ ਡਰਿੰਕਿੰਗ ਉਹਦੇ ਨਾਲ ਥੋੜ੍ਹੀ ਦੇਰ ਲਈ ਅਗੇਨ ਤੁਹਾਨੂੰ ਬੈਟਰ ਫੀਲ ਕਰਦਾ ਪਰ ਉਹ ਵੀ ਉਹਨਾਂ ਦਾ ਵੀ ਗੁੱਸਾ ਕੰਟਰੋਲ ਨਹੀਂ ਹੁੰਦਾ ਉਹ ਥੋੜ੍ਹਾ ਐਗਰੈਸਿਵ ਹੋ ਸਕਦੇ ਆ ਫਰਸਟਰੇਟ ਜਦੋਂ ਜ਼ਿਆਦਾ ਬੰਦਾ ਹੁੰਦਾ ਐਕਸਪਲੋਡ ਹੁੰਦੇ ਆ ਗੁੱਸਾ ਜ਼ਿਆਦਾ ਹੁੰਦਾ ਯੂ ਨੋ ਇੱਕ ਲਾਈਕ ਮਾਰਪੀਟ ਹੋ ਜਾਂਦੀ ਆ ਯੈਲਿੰਗ ਹੋ ਜਾਂਦੀ ਆ ਅਗੇਨ ਬਲੇਮ ਕ੍ਰਿਟੀਸਾਈਜ਼ ਉਹਦੇ ਕਰਕੇ ਮੈਂ ਇਹ ਕਰ ਰਿਹਾ ਆਪਦੇ ਐਕਸ਼ਨਸ ਨੂੰ ਆਪ ਨਹੀਂ ਸੋਚਦੇ ਕਿ ਮੈਂ ਕਿਉਂ ਇਹ ਰਿਐਕਟ ਕਰ ਰਿਹਾ ਉਹਨੇ ਇਹ ਕਿਹਾ ਸੀ ਦੈਟਸ ਵਾਈ ਮੈਂ ਉਹਨੂੰ ਮੁੱਕਾ ਮਾਰਨ ਦੀ ਕੋਸ਼ਿਸ਼ ਕਰ ਸੋ ਮੇਰੀ ਗਲਤੀ ਨਹੀਂ ਕਿ ਮੈਂ ਮੁੱਕਾ ਮਾਰਿਆ ਉਹਨੇ ਜਿਹੜਾ ਕਿਹਾ ਵਾ ਇਟਸ ਹਿਜ਼ ਫਾਲਟ ਰਾਈਟ ਬਟ ਐਕਚੁਅਲੀ ਯੂ ਹੈਵ ਟੂ ਬੀ ਏਬਲ ਟੂ ਕੰਟਰੋਲ ਯੂਰ ਇਮੋਸ਼ਨ ਸੋ ਮੈਨ ਐਂਡ ਵੂਮਨ 'ਚ ਅਸੀਂ ਡਿਫਰੈਂਸ ਦੇਖਦੇ ਹਾਂ ਅਤੇ ਜਦੋਂ ਸਾਡੇ ਕੋਲ ਕਲਾਇੰਟਸ ਆਉਂਦੇ ਆ ਮੋਸਟ ਲਾਈਕਲੀ ਕ੍ਰਾਈਸਿਸ ਦੇ ਟਾਈਮ 'ਤੇ ਆਉਂਦੇ ਆ ਉਹ ਉਦੋਂ ਨਹੀਂ ਆਉਂਦੇ ਜਦੋਂ ਉਹਨਾਂ ਦੀ ਆਪਣੀ ਸੋਚ ਕੇ ਦੇਖਦੇ ਕਿ ਠੀਕ ਆ ਮਾਈ ਮੈਂਟਲ ਹੈਲਥ ਇਟ ਡਜ਼ਨਟ ਸੀਮ ਗੁੱਡ ਮੈਂ ਕਿਸੇ ਨਾਲ ਗੱਲ ਕਰਨਾ ਦੈਟ ਡਜ਼ਨਟ ਹੈਪਨ ਇਨ ਆਰ ਕਮਿਊਨਿਟੀ ਜਾਂ ਤਾਂ ਪੁਲਿਸ ਇਨਵੋਲਵ ਹੋ ਜਾਂਦੀ ਆ ਜਦੋਂ ਮੁੱਕੇ ਵੱਜ ਜਾਂਦੇ ਆ ਜਾਂ ਫਿਰ ਡਰਿੰਕ ਕਰਕੇ ਕੁਛ ਤੋੜ ਹੁੰਦਾ ਜਾਂ ਬੱਚਿਆਂ ਦੇ ਮੂਹਰੇ ਕੁਛ ਹੋ ਜਾਂਦਾ ਦੈਨ ਵੀ ਗੈਟ ਕਾਲਸ ਚਿਲਡਰਨ ਫੈਮਿਲੀ ਸਰਵਿਸਿਜ਼ ਇਨਵੋਲਵ ਹੁੰਦੀਆਂ ਜਾਂ ਫਿਰ ਸੁਸਾਈਡ ਅਟੈਂਪਟਸ ਹੋ ਜਾਂਦੇ ਆ ਜਾਂ ਕਿਡਸ ਬੱਚੇ ਜਦੋਂ ਡਿਸਕਨੈਕਟ ਹੋ ਕਿ ਬੱਚੇ ਸ਼ਰਾਰਤਾਂ ਕਰਨ ਲੱਗ ਜਾਂਦੇ ਲਿਸਨ ਨਹੀਂ ਕਰਦੇ ਦੈਨ ਦੇ ਕਮ ਟੂ ਅਸ ਕਿ ਯੂ ਨੋ ਬੱਚੇ ਨਹੀਂ ਸੁਣਦੇ ਬਟ ਦ ਰੂਟ ਕਾਜ਼ ਆਫ ਅ ਲੋਟ ਆਫ ਟਾਈਮਸ ਇਜ਼ ਮੇਬੀ ਪੇਰੈਂਟਸ ਦੀ ਮੈਂਟਲ ਹੈਲਥ ਬੈਡ ਸੀਗੀ ਉਹ ਕਿਡਸ ਨਾਲ ਕਨੈਕਟ ਨਹੀਂ ਕਰ ਪਾਏ ਹੁਣ ਕਿਡਸ ਕਿਤੇ ਹੋਰ ਬਾਹਰੋਂ ਇਨਫਲੂਐਂਸ ਹੋ ਰਿਹਾ ਅਤੇ ਓਬਵੀਅਸਲੀ ਉਹਨਾਂ ਦੀ ਨਹੀਂ ਸੁਣਨਗੇ ਸੋ ਦੈਟ ਇਜ਼ ਵੈਨ ਵੀ ਗੈਟ ਦ ਕਲਾਇੰਟਸ ਜਦੋਂ ਕਾਫੀ ਕ੍ਰਾਈਸਿਸ ਬਹੁਤ ਮੁਸ਼ਕਿਲ ਜਦੋਂ ਉਹਨਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਹੁੰਦਾ ਪਾਣੀ ਸਿਰ ਤੋਂ ਲੰਘ ਜਾਂਦਾ ਜਦੋਂ ਯੈਸ ਦੈਨ ਦੇ ਕਮ ਟੂ ਅਸ अनगिनत गम हैं जीवन में अब हिसाब ना कोई रखता हूँ घर से जब भी बाहर निकलूँ मखौटा पहन कर चलता हूँ ਇਹ ਮਖੌਟਾ ਕੀ ਸਾਰੇ ਨੇ ਪਾਇਆ ਹੁੰਦਾ ਜਾਂ ਫਿਰ ਸਾਨੂੰ ਲੋੜ ਨਹੀਂ ਹੈ ਅਸੀਂ ਵੀ ਕੈਨ ਬੀ ਆਰਸੈਲਵਸ ਵੈਸੇ ਤਾਨੀਆ ਕਹਿੰਦੇ ਆ ਕਿ ਤੁਸੀਂ ਜਿਸ ਤਰ੍ਹਾਂ ਦੇ ਹੋ ਉਸ ਤਰ੍ਹਾਂ ਦੇ ਵਿਚਰੋ ਪਰ ਹੁੰਦਾ ਤਾਂ ਨਹੀਂ ਹੈ ਪੋਸੀਬਲ ਆਪਣੀ ਸੋਸਾਇਟੀ ਦੇ ਵਿੱਚ ਐਜ਼ ਵੀ ਆਰ ਟਾਕਿੰਗ ਅਬਾਊਟ ਮੈਂਟਲ ਹੈਲਥ ਲੈਟਸ ਟਰਾਈ ਐਂਡ ਅੰਡਰਸਟੈਂਡ ਆਪਣੀ ਭਾਸ਼ਾ ਦੇ ਵਿੱਚ ਮੈਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਕਿਵੇਂ ਕਹੀਏ ਕਿ ਵੀ ਮੈਨੂੰ ਮੈਂਟਲ ਹੈਲਥ ਪ੍ਰੋਬਲਮਸ ਆ ਰਹੀਆਂ ਸਾਡੇ ਕੋਲ ਤਾਂ ਵੋਕੈਬਲਰੀ ਨਹੀਂ ਹੈਗੀ ਵੱਧ ਤੋਂ ਵੱਧ ਕੀ ਕਵਾਂਗੇ ਮੈਨੂੰ ਪਰੇਸ਼ਾਨੀ ਬਹੁਤ ਹੈਗੀ ਆਈ ਥਿੰਕ ਕਾਫੀ ਲੋਕ ਕਹਿੰਦੇ ਕਿ ਕਦੋਂ ਮੈਂ ਹਾਊ ਡੂ ਆਈ ਨੋ ਆਈ ਡੋਂਟ ਥਿੰਕ ਆਈ ਨੀਡ ਇਟ ਬਹੁਤ ਲੋਕ ਹੈਗੇ ਜਿਨ੍ਹਾਂ ਨੂੰ ਥੈਰੇਪੀ ਦੀ ਲੋੜ ਹੈ ਕਾਉਂਸਲਿੰਗ ਦੀ ਲੋੜ ਆ ਆਈ ਐਮ ਓਕੇ ਸਾਰਾ ਕੁਛ ਮੈਨੇਜ ਹੋਈ ਜਾ ਰਿਹਾ ਸੋ ਆਮ ਫਾਈਨ ਯੂਜਲੀ ਅਸੀਂ ਇਹ ਗੱਲ ਕਰਦੇ ਹਾਂ ਕਿ ਇੱਕ ਸੈਲਫ ਅਸੈਸਮੈਂਟ ਤੁਸੀਂ ਕਰ ਸਕਦੇ ਹੋ ਕਿ ਤੁਸੀਂ ਜਿਹੜੀ ਉਹ ਰੇਂਜ ਦੀ ਗੱਲ ਕੀਤੀ ਸੀ ਗੁੱਡ ਮੈਂਟਲ ਹੈਲਥ ਬੈਡ ਮੈਂਟਲ ਹੈਲਥ ਓਕੇ ਕਿੱਥੇ ਹੋ ਤੁਸੀਂ ਰਾਈਟ ਐਂਡ ਤੁਸੀਂ ਪ੍ਰਾਇਓਰਟਾਈਜ਼ ਕਰੋ ਕਿ ਵੈਨ ਡੂ ਯੂ ਵਾਂਟ ਟੂ ਪ੍ਰਾਇਓਰਟਾਈਜ਼ ਯੋਰ ਮੈਂਟਲ ਹੈਲਥ ਆਪਾਂ ਇਸ ਕੰਟਰੀ 'ਚ ਰਹਿੰਦੇ ਹਾਂ ਜਿੱਥੇ ਫ੍ਰੀ ਹੈਲਥ ਕੇਅਰ ਹੈਗਾ ਆਪਾਂ ਰੈਗੂਲਰ ਡਾਕਟਰ ਚੈੱਕਅਪ ਜਾਂਦੇ ਹਾਂ ਰਾਈਟ ਸੋ ਫਿਜ਼ੀਕਲ ਚੈੱਕਅਪ ਅਸੀਂ ਰੈਗੂਲਰਲੀ ਕਰ ਲੈਂਦੇ ਹਾਂ ਬਟ ਮੈਂਟਲ ਹੈਲਥ ਚੈੱਕਅਪ ਨਹੀਂ ਕਰਦੇ ਇੱਥੇ ਮੈਂਟਲ ਹੈਲਥ ਸਪੋਰਟ ਵੀ ਫ੍ਰੀ ਹੈਗਾ ਇਸ ਕੰਟਰੀ 'ਚ ਪਰ ਕਲਚਰਲੀ ਸਪੈਸੀਫਿਕ ਸਪੋਰਟ ਥੋੜ੍ਹਾ ਡਿਫਰੈਂਟ ਔਖਾ ਵਾ ਮਿਲਣਾ ਐਂਡ ਆਲਸੋ ਆਈ ਥਿੰਕ ਇਹ
ਤੁਹਾਡੀ ਆ ਕਿ ਮੈਂ ਕਦੋਂ ਆਪਦੀ ਮੈਂਟਲ ਹੈਲਥ ਜਾਂ ਮਾਨਸਿਕ ਸਿਹਤ ਨੂੰ ਪ੍ਰਾਇਓਰਟਾਈਜ਼ ਕਰਨਾ। ਜੇ ਤੁਸੀਂ ਆਪਦੀ ਲਾਈਫ ਦੇ ਬਾਰੇ ਸੋਚੋ, ਤੁਸੀਂ ਸੋਚੋ ਮੈਂ ਆਪਦੀ ਲਾਈਫ ਜੀ ਰਹੀ ਹਾਂ ਜਾਂ ਜੀ ਰਿਹਾ ਵਾਂ ਜਾਂ ਕੱਟ ਰਿਹਾ ਵਾਂ, ਰਾਈਟ। ਇਹ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਦੀ ਲਾਈਫ ਕੱਟ ਰਹੇ ਹੋ ਦੈਨ ਮੇ ਬੀ ਦੇਰ ਸਮਥਿੰਗ ਟੂ ਥਿੰਕ ਅਬਾਊਟ ਕਿ ਵਾਈ ਡੂ ਯੂ ਫੀਲ ਲਾਈਕ ਦੈਟ, ਬਿਕਾਜ਼ ਜੇ ਤੁਸੀਂ, ਕਿਉਂਕਿ ਦ ਮੀਨਿੰਗ ਆਫ ਲਾਈਫ ਇਜ਼ ਟੂ ਇੰਜੋਏ ਯੋਰਸੈਲਫ। ਜੇ ਤੁਸੀਂ ਠੀਕ ਆ, ਆਈ ਨੋ ਲਾਈਫ ਟਫ ਹੁੰਦੀ ਆ, ਮੁਸ਼ਕਿਲ ਟਾਈਮ ਆਉਂਦੇ ਆ, ਬਟ ਜੇ ਤੁਹਾਡੀ ਲਾਈਫ ਬਸ ਨੋਰਮਲ ਚੱਲ ਰਹੀ ਆ, ਕੋਈ ਵੱਡੀ ਮੁਸ਼ਕਿਲ ਨਹੀਂ ਗਈ, ਬਟ ਫਿਰ ਵੀ ਤੁਹਾਨੂੰ ਐਂ ਲੱਗਦਾ ਕਿ ਮੈਂ ਆਪਦੀ ਲਾਈਫ ਕੱਟ ਰਹੀ ਹਾਂ, ਆਈ ਐਮ ਨਾਟ ਹੈਪੀ ਵਿਦ ਵਟ ਆਈ ਐਮ ਡੂਇੰਗ, ਦੈਨ ਉੱਥੇ ਪ੍ਰੋਬਲਮ ਹੈਗੀ ਆ, ਰਾਈਟ। ਯੂ ਆਰ ਨਾਟ ਲਿਵਿੰਗ ਟੂ ਯੋਰ ਫੁੱਲੈਸਟ। ਸੋ ਆਈ ਥਿੰਕ ਇਹ ਕਦੇ ਕਦੇ ਸਾਨੂੰ ਪਤਾ ਨਹੀਂ ਚੱਲਦਾ ਕਿ ਕੀ ਪ੍ਰੋਬਲਮ ਆ, ਆਪਾਂ ਛੋਟੀ ਛੋਟੀ ਪ੍ਰੋਬਲਮਸ 'ਚ ਸਟਕ ਹੋਈ ਰਹਿੰਦੇ ਆ, ਅਤੇ ਜਾਣਨਾ ਕਿ ਪ੍ਰੋਬਲਮ ਹੈ ਕਿ ਇਹਦੀ ਇੱਕ ਸਕਿੱਲ ਹੁੰਦੀ ਆ। ਕੋਈ ਲੋਕਾਂ ਕੋਲ ਇਹ ਸਕਿੱਲ ਹੁੰਦੀ ਆ, ਦੇ ਕੈਨ ਰੀਅਲੀ ਅੰਡਰਸਟੈਂਡ, ਥਿੰਕ ਡੀਪਲੀ ਕਿ ਕੀ ਮੇਰੀ ਪ੍ਰੋਬਲਮ ਆ, ਐਕਚੁਅਲੀ ਦਿਸ ਇਜ਼ ਦ ਪ੍ਰੋਬਲਮ, ਫਿਰ ਉਹ ਚੇਂਜ ਕਰ ਲੈਂਦੇ ਆ। ਸਮ ਪੀਪਲ ਡੋਂਟ ਹੈਵ ਦੈਟ ਸਕਿੱਲ। ਆਈ ਥਿੰਕ ਦੈਟਸ ਵੇਅਰ ਪ੍ਰੋਫੈਸ਼ਨਲਸ ਆ ਜਾਂਦੇ ਆ। ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਗੁਰਪ੍ਰੀਤ, ਜਿਹੜੀ ਸਾਡੀ ਸਾਲੋਂ ਪਹਿਲਾਂ ਜਦੋਂ ਆਪਾਂ ਰਹਿੰਦੇ ਸੀਗੇ ਪੰਜਾਬ, ਇੰਡੀਆ, ਪਾਕਿਸਤਾਨ 'ਚ, ਜਿੱਥੇ ਕਮਿਊਨਿਟੀਜ਼ ਬਹੁਤ ਵੱਡੀਆਂ ਸੀਗੀਆਂ, ਫੈਮਲੀਜ਼ ਵੱਡੀਆਂ ਸੀਗੀਆਂ, ਬਹੁਤ ਹੈਲਪ ਸੀਗੀ, ਉਦੋਂ ਮੈਂਟਲ ਹੈਲਥ ਇਸ਼ੂ ਸਾਡੀ ਵੋਕੈਬਲਰੀ 'ਚ ਹੈ ਨਹੀਂ ਸੀਗੇ। ਪਰ ਉੱਥੇ ਜਿਹੜਾ ਸਿਸਟਮ ਸੀ ਇਹੋ ਜਿਹਾ ਸੀਗਾ ਕਿ ਵੈਨ ਯੂ ਹੈਡ ਦੀਸ ਕੁਐਸਚਨਸ, ਕੋਈ ਵਾਈਜ਼ ਪਰਸਨ ਜਾਂ ਕੋਈ ਬੁੜਾ ਬਜ਼ੁਰਗ ਤੁਹਾਡੇ ਕੋਲੇ, ਤੁਹਾਨੂੰ ਪਤਾ ਸੀ, ਜਾਣਦੇ ਸੀ, ਤੁਸੀਂ ਜਾ ਕੇ ਉਸ ਚੀਜ਼ ਦੇ ਬਾਰੇ ਤੁਹਾਨੂੰ ਫਿਰ ਗੱਲ ਕਰ ਸਕਦੇ ਸੀ, ਫਿਰ ਤੁਹਾਨੂੰ ਵਧੀਆ ਰਿਫਲੈਕਸ਼ਨ ਮਿਲਦੀ ਸੀ। ਦੈਨ ਯੂ ਯੂਜ਼ਡ ਟੂ ਥਿੰਕ। ਨਾਓ ਡੇਜ਼ ਵੀ ਡੋਂਟ ਹੈਵ ਦੈਟ, ਰਾਈਟ। ਆਪਾਂ ਇੰਨੀ ਨਿਊਕਲੀਅਰ ਫੈਮਿਲੀ 'ਚ ਰਹਿੰਦੇ ਹਾਂ, ਵੀ ਡੋਂਟ ਨੋ ਹੂ ਟੂ ਟਾਕ ਟੂ। ਪੇਰੈਂਟਸ ਕੋਲ ਟਾਈਮ ਨਹੀਂ ਗਾ, ਗ੍ਰੈਂਡ ਪੇਰੈਂਟਸ ਵੀ ਜੇ ਤੁਹਾਡੀ ਰਿਲੇਸ਼ਨਸ਼ਿਪ ਵਧੀਆ ਵਾ, they are wise, that's great, but not everybody has that. So I think we miss out on that life. ਕਿਸੇ ਨੇ ਕਿਹਦੇ ਕੋਲ ਜਿਹੜੀ ਉਹ ਸਕਿੱਲ ਹੈਗੀ ਆ ਕਿ to help you figure out your problem. ਇਸ ਲਈ ਇੱਥੇ ਕਾਉਂਸਲਿੰਗ ਹੈਲਪ ਕਰ ਸਕਦੀ ਆ, ਕਿਉਂਕਿ ਕਾਉਂਸਲਰਸ ਨੂੰ ਇਹ ਟ੍ਰੇਨ ਕੀਤਾ ਜਾਂਦਾ ਕਿ ਆਪਾਂ ਉਹ ਪ੍ਰੋਬਲਮ ਦੀ ਅੰਡਰਲਾਈਂਗ ਇਸ਼ੂ ਕੀ ਆ ਉਹਦੇ 'ਤੇ ਜਾਈਏ, ਰਾਈਟ। ਆਪਾਂ ਛੋਟੀ ਛੋਟੀ ਚੀਜ਼ਾਂ ਦੀ ਗੱਲ ਕਰਦੇ ਹਾਂ, ਬਟ what is the real issue? So usually in counselling ਸਾਡਾ ਐਕਸਪੀਰੀਅੰਸ ਇਹ ਹੈਗਾ ਕਿ clients will come, ਉਹ ਪੂਰੀ ਲਾਈਫ ਅਸੀਂ ਨੈਰੇਟਿਵ ਕਲਚਰ ਹੈਗਾ, ਮਤਲਬ ਆਪਾਂ ਸਟੋਰੀਜ਼ ਦੱਸਦੇ ਹਾਂ ਆਪਦੀ ਲਾਈਫ ਦੀ। ਸੋ ਪੂਰੀ ਸਟੋਰੀ ਹੋਊਗੀ ਕਿ ਬੱਚਿਆਂ ਦੇ ਬਾਰੇ, ਇਨ-ਲॉज ਦੇ ਬਾਰੇ, ਭੈਣ ਦੇ ਬਾਰੇ, ਡੈਡ ਦੇ, ਉਹ ਸਾਰੀ ਸੁਣ ਕੇ ਯੂਜਲੀ ਦ ਪ੍ਰੋਬਲਮ ਇਜ਼ ਕੁਆਇਟ ਸਿੰਪਲ। ਇਟਸ ਅ ਵਨ ਪ੍ਰੋਬਲਮ ਥਿੰਗ। ਮੇ ਬੀ ਤੁਸੀਂ ਬਾਊਂਡਰੀਜ਼ ਨਹੀਂ ਬਣਾ ਪਾ ਰਹੇ ਹੋ, ਮੇ ਬੀ ਤੁਸੀਂ ਬਹੁਤ ਸਾਰੀ ਚੀਜ਼ਾਂ ਕਰ ਰਹੇ ਹੋ ਵੇਅਰ ਯੂ ਫੀਲ ਯੂ ਆਬਲੀਗੇਟਿਡ ਟੂ ਡੂ ਦੈਮ, ਪਰ ਤੁਹਾਨੂੰ ਮਜ਼ਾ ਨਹੀਂ ਆ ਰਿਹਾ ਅਤੇ ਤੁਹਾਨੂੰ ਕਮਿਊਨੀਕੇਟ ਨਹੀਂ ਕਰ ਪਾ ਰਹੇ ਹੋ, ਜਾਂ ਤੁਸੀਂ ਬਹੁਤ ਓਵਰਵੈਲਮਡ, ਤੁਸੀਂ ਬਹੁਤ ਜ਼ਿਆਦਾ ਕੰਮ ਕਰ ਰਹੇ ਹੋ ਐਂਡ ਯੂ've ਟੇਕਨ ਔਨ ਟੂ ਮਚ ਫॉर योर टाइम। ਸੋ ਕੁਛ ਸਿੰਪਲ ਚੀਜ਼ਾਂ ਹੁੰਦੀਆਂ ਜਿਹੜੀ ਚੇਂਜ ਕਰਕੇ ਯੂ ਕੈਨ ਚੇਂਜ ਅ ਲੋਟ ਇਨ ਯੋਰ ਲਾਈਫ, ਪਰ ਉਹ ਸਾਰਿਆਂ ਕੋਲ ਸਕਿੱਲਸ ਨਹੀਂ ਹੁੰਦੀ। ਸੋ ਆਈ ਥਿੰਕ ਵੈਨ ਯੂ ਫੀਲ ਸਟਕ, ਯੂ ਫੀਲ ਕਿ ਮੈਂ ਆਪਦੀ ਲਾਈਫ ਜੀ ਨਹੀਂ ਰਹੀ ਹਾਂ ਟੂ ਇਟਸ ਫੁੱਲ ਪੋਟੈਂਸ਼ੀਅਲ, then it's worth having a conversation with somebody. And when we're talking about mental health awareness, do you think ਕਿ mental health ਦੀ ਗੱਲ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਿਹੜੀ ਹੋ ਰਹੀ ਆ ਉਹਦੇ ਨਾਲ ਕਿਤੇ ਜਾਗਰੂਕਤਾ ਫੈਲੀ ਹੈ? Definitely, I think ਇਹ ਮੈਂਟਲ ਹੈਲਥ ਵਰਡ ਕਾਫੀ ਯੂਜ਼ ਹੋ ਰਿਹਾ। ਆਈ ਥਿੰਕ ਡੈਫੀਨਿਟਲੀ ਜਾਗਰੂਕਤਾ ਹੈਗੀ ਆ। ਨਾਲੇ ਇਹਦੇ ਨਾਲ ਜਿਹੜੇ ਸਾਡੀ ਪੋਲਿਸੀਜ਼ ਆ, ਪੋਲੀਟੀਸ਼ੀਅਨ ਆ, ਗਵਰਨਮੈਂਟ ਆ, ਦੇ ਆਰ ਸਪੈਂਡਿੰਗ ਮੋਰ ਮਨੀ ਇਨ ਦਿਸ, ਬਿਕਾਜ਼ ਜਿੰਨਾ ਲੋਕ ਇਹ ਚੀਜ਼ਾਂ ਬਾਰੇ ਗੱਲ ਕਰਨਗੇ, ਅਵੇਅਰਨੈਸ ਫੈਲੂਗੀ, ਉਹਨਾਂ ਹੀ ਸਾਡੀ ਕਮਿਊਨਿਟੀਜ਼ ਇਸ ਚੀਜ਼ 'ਚ ਸਪੋਰਟ ਦੇ ਤਰ੍ਹਾਂ ਇਨਵੈਸਟਮੈਂਟ ਰਿਸੋਰਸਿਸ ਪਾਓਗੇ, ਐਂਡ ਇਟਸ ਨੀਡਡ, ਰਾਈਟ, ਇਸ ਕਮਿਊਨਿਟੀ 'ਚ। ਸੋ ਡੈਫੀਨਿਟਲੀ ਇਟਸ ਦੇਅਰ, ਬਟ ਯੈਸ ਕਲੈਰਿਟੀ ਹੈ ਨਹੀਂ ਕਦੇ ਜਿਵੇਂ ਤੁਸੀਂ ਕਿਹਾ, ਕਨਫਿਊਜ਼ਨ ਹੁੰਦੀ ਹੈ ਕਿ ਮੈਂਟਲ ਹੈਲਥ ਸੋਚਦੇ ਆ ਕਿ ਸਿਰਫ ਜਿਨ੍ਹਾਂ ਨੂੰ ਡਾਇਗਨੋਸ ਜਾਂ ਡਰਦੇ ਆ ਲੋਕ ਉੱਥੇ ਮੈਨੂੰ ਮੈਂਟਲ ਹੈਲਥ ਨਾ ਹੋ ਜਾਣ, ਪਰ ਇਨਫੈਕਟ ਜਿੰਨਾ ਤੁਸੀਂ ਡਰੋਗੇ, ਜਿੰਨਾ ਤੁਸੀਂ ਇਹਨੂੰ ਅਵੋਇਡ ਕਰੋਗੇ, ਓਨਾ ਹੀ ਯੂ ਵੋਂਟ ਰੀਅਲਾਈਜ਼ ਤੇ ਤੁਸੀਂ ਇੰਨੇ ਡੀਪ ਚਲੇ ਜਾਓਗੇ, ਦੈਨ ਉਹਨੂੰ ਠੀਕ ਕਰਨਾ ਮੁਸ਼ਕਿਲ ਹੁੰਦਾ। ਜਿੰਨਾ ਛੇਤੀ ਤੁਸੀਂ ਇੱਕ ਪ੍ਰੋਬਲਮ ਨੂੰ ਫੜੋ, ਇਟਸ ਅ ਨਾਰਮਲ ਥਿੰਗ। ਈਵਨ ਫਿਜ਼ੀਕਲ ਹੈਲਥ ਸੇਮ ਥਿੰਗ, ਡਾਇਬੀਟੀਜ਼ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਐਨੀ ਅਦਰ ਫਿਜ਼ੀਕਲ ਹੈਲਥ ਇਲਨੈਸ, ਜਿੰਨਾ ਛੇਤੀ ਤੁਹਾਨੂੰ ਪਤਾ ਚੱਲਦਾ ਉਨੀ ਛੇਤੀ ਤੁਸੀਂ ਉਹਨੂੰ ਠੀਕ ਕਰਾ ਸਕਦੇ ਹੋ। ਸੇਮ ਇਜ਼ ਵਿਦ ਮੈਂਟਲ ਹੈਲਥ। ਸੋ ਜਿੰਨੀ ਤੁਸੀਂ ਇਸ ਚੀਜ਼ ਬਾਰੇ ਨੌਲੇਜ ਗੈਦਰ ਕਰ ਸਕਦੇ ਹੋ, ਆਪਦੀ ਸੈਲਫ ਰਿਫਲੈਕਸ਼ਨ ਕਰ ਸਕਦੇ ਹੋ, ਯੂ ਵਿਲ ਅੰਡਰਸਟੈਂਡ ਕਿ ਮੈਂ ਕਿੱਥੇ ਹੈਗਾ ਐਂਡ ਵਾਟ ਆਈ ਨੀਡ ਟੂ ਡੂ ਨੈਕਸਟ। ਜੀ ਜ਼ਰੂਰ। ਆਪਣੇ ਸਮਾਜ ਦੇ ਵਿੱਚ ਕਿਉਂ ਅਸੀਂ ਮਾਨਸਿਕ ਸਿਹਤ ਨੂੰ ਤਵੱਜੋ ਨਹੀਂ ਦੇ ਪਾਉਂਦੇ? ਅੱਛਾ, ਤਾਨੀਆ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਸੀ ਕਿ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਸਾਡੇ ਵੱਡੇ ਬਜ਼ੁਰਗ ਜਾਂ ਸਾਡੇ ਨਾਲ ਦੇ ਜਿਹੜੇ ਆ ਉਹ ਆਪਣੇ ਤਜਰਬਿਆਂ ਤੋਂ ਇੰਨਾ ਕੁ ਚੰਗਾ ਸਿੱਖ ਗਏ ਹੁੰਦੇ ਆ, ਉਹਨਾਂ ਦੇ ਕੋਲ ਪੋਜ਼ੀਟਿਵ ਐਕਸਪੀਰੀਐਂਸਿਸ ਵੀ ਸਾਂਝੇ ਕਰਨ ਨੂੰ ਹੈਗੇ ਆ, ਅਤੇ ਜੇਕਰ ਉਹਨਾਂ ਨੇ ਵੀ ਸਟਰਗਲਸ ਦੇਖੀਆਂ ਤਾਂ ਉਹਨਾਂ ਨੇ ਆਪਣੇ ਆਪ ਨੂੰ ਨਾ ਪੱਖੀ ਨਜ਼ਰੀਏ ਵਾਲੇ ਪਾਸੇ ਨਹੀਂ ਜਾਣ ਦਿੱਤਾ। ਤਾਂ ਇਸੇ ਕਰਕੇ ਹੀ ਉਹ ਤੁਹਾਡੇ ਨਾਲ ਆਪਣੀ ਵਿਜ਼ਡਮ, ਆਪਣਾ ਵਿਵੇਕ ਜਾਂ ਸਮਝਦਾਰੀ ਜਿਹੜੀ ਆ ਉਹ ਸਾਂਝੀ ਕਰ ਸਕਦੇ ਆ।
ਤਾਂ ਨਹੀਂ ਉੱਥੋਂ ਵੀ ਬੜੇ ਤਸੱਲੀ ਜੀ ਮਿਲਦੀ ਹੈ ਜਦੋਂ ਤੁਹਾਨੂੰ ਕੋਈ ਕਵੇ ਕਿ ਇਹ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੁਝ ਦੇਖਣ ਨੂੰ ਮਿਲਣਾ ਹੈ ਵੀ ਇੰਨਾ ਆਪਾਂ ਢੇਰੀ ਨਹੀਂ ਢਾਉਣੀ। ਤੇ ਇਸ ਤਰ੍ਹਾਂ ਦੇ ਨਾਲ ਅਪਲਿਫਟ ਕਰਨਾ ਇੱਕ ਦੂਸਰੇ ਨੂੰ ਵੀ ਇੰਪੋਰਟੈਂਟ ਹੈ ਆਪਣੇ ਘਰਾਂ ਦੇ ਵਿੱਚ, ਗ੍ਰਾਸ ਰੂਟਸ ਦੇ ਵਿੱਚ। ਤੇ ਦੂਸਰੇ ਬੰਨਿਓ ਜਦੋਂ ਸਾਡੇ ਕੋਲ ਪ੍ਰੋਫੈਸ਼ਨਲ ਕਾਉਂਸਲਿੰਗ ਦੀ ਗੱਲ ਆਉਂਦੀ ਹੈ, ਕਿਹੜੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਰੋਕਦੀਆਂ? I think ਹਜੇ ਵੀ ਈਵਨ ਦੋ ਅਸੀਂ ਗੱਲ ਕੀਤੀ ਸੀ ਕਿ ਮੈਂਟਲ ਹੈਲਥ, ਡਿਪਰੈਸ਼ਨ ਅਤੇ ਇਸ ਚੀਜ਼ਾਂ ਬਾਰੇ ਅਵੇਅਰਨੈਸ ਕਾਫੀ ਹੈਗੀ ਹੈ ਸਪੈਸ਼ਲੀ ਇਨ ਦ ਯੰਗ ਜਨਰੇਸ਼ਨ, ਪਰ ਫਿਰ ਵੀ ਸਟਿਗਮਾ ਹਜੇ ਵੀ ਹੈਗਾ, ਰਾਈਟ? ਇਹ ਵਰਡਸ ਜਿਹੜੇ ਆਪਾਂ ਮੈਂਟਲ ਵਾਜ਼ ਅ ਵਰਡ ਦੈਟ ਵਾਜ਼ ਯੂਜ਼ਡ ਟੂ ਡਿਸਕ੍ਰਾਈਬ ਸਮਨ ਕਿ ਜਿਹਨੂੰ ਐਕਚੁਅਲੀ ਕੋਈ ਮੈਂਟਲ ਹੈਲਥ ਦੀ ਬਿਮਾਰੀ ਹੁੰਦੀ ਹੈ, ਉਹਨੂੰ ਆਪਾਂ ਸਿਰਫ ਮੈਂਟਲ ਕਹਿ ਦਿੰਦੇ ਸੀ। ਪਰ ਮੈਂਟਲ ਉਹਦਾ ਵਰਡ ਦਾ ਮਤਲਬ ਹੀ ਹੈ ਕਿ ਸਾਰਿਆਂ ਦੇ ਕੋਲ ਮਾਈਂਡ ਹੈਗਾ, ਸਾਰਿਆਂ ਦੇ ਕੋਲ ਮੈਂਟਲ ਹੈਲਥ ਹੈਗੀ ਹੈ, ਪਰ ਆਪਾਂ ਉਸ ਵਰਡ ਨੂੰ ਹੀ ਇੱਕ ਨੈਗੇਟਿਵ ਬਣਾਤਾ। ਆਪਣੀਆਂ ਕੰਟਰੀਜ਼ 'ਚ ਅਸੀਂ ਉਹਨੂੰ ਗਲਤ ਤਰੀਕੇ ਨਾਲ ਵਰਤਦੇ ਰਹੇ ਹਾਂ। ਗਲਤ ਬਿਲਕੁਲ। ਤੇ ਜਿਵੇਂ ਕਿਸੇ ਨੂੰ ਪਾਗਲ ਕਹਿ ਦੇਣਾ, ਕਿਉਂਕਿ ਇਹ ਉਸ ਟਾਈਮ ਆਈ ਥਿੰਕ ਸਾਡੇ ਕੋਲ ਇਹ ਅੰਡਰਸਟੈਂਡਿੰਗ ਨਹੀਂ ਸੀ ਕਿ ਜੇ ਕਿਸੇ ਨੂੰ ਜਿਵੇਂ ਜਿਹੜਾ ਮੈਂ ਕੈਮੀਕਲ ਇੰਬੈਲੈਂਸ ਵਾਲੇ ਮੈਂਟਲ ਹੈਲਥ ਇਸ਼ੂਜ਼ ਜਿਹੜੇ ਸੀਵੀਅਰ ਹੁੰਦੇ ਆ ਲੋਕਾਂ ਨੂੰ, ਉਹਨਾਂ ਨੂੰ ਹੈਂਡਲ ਕਿਵੇਂ ਕਰਨਾ। ਤੇ ਐਜ਼ ਫੈਮਲੀਜ਼ ਆਪਾਂ ਬੈਸਟ ਜਿੰਨਾ ਹੋ ਸਕਦਾ ਸੀ ਸਪੋਰਟ ਕਰਦੇ ਸੀਗੇ, ਪਰ ਉਹ ਓਬਵੀਅਸਲੀ ਇੱਕ ਔਖੀ ਸਿਚੁਏਸ਼ਨ ਆ ਤੇ ਆਪਾਂ ਉਹਨਾਂ ਨੂੰ ਜਿਵੇਂ ਉਹ ਪਾਗਲ ਹੀ ਆ ਜਾਂ ਪਰ ਜਿਨ੍ਹਾਂ ਨੂੰ ਐਕਚੁਅਲੀ ਇਸ਼ੂਜ਼ ਆ ਉਹਨਾਂ ਨੂੰ ਤਾਂ ਬੋਲਦੇ ਸੀ, ਪਰ ਜੇ ਕੋਈ ਸੇ ਵੂਮਨ ਆ ਜੇ ਬਹੁਤ ਬਰਡਨ ਹੋਈ ਆ ਬਹੁਤ ਦੇਰ ਤੋਂ ਬੈਡ ਮੈਂਟਲ ਹੈਲਥ ਦੇ ਅੰਦਰ ਹੈਗੀ ਇੱਕ ਸਿਚੁਏਸ਼ਨ ਦੇ ਕਰਕੇ, ਤੇ ਉਹਦਾ ਇੱਕਦਮ ਗੁੱਸਾ ਆ ਗਿਆ ਉਹਨੂੰ ਤੇ ਉਹਨੇ ਚਿਲਾਉਣ ਲੱਗ ਗਈ, ਕੁਛ ਕਹਿਣ ਲੱਗੀ, ਉਹਨੂੰ ਆਪਾਂ ਮੈਂਟਲ ਜਾਂ ਪਾਗਲ ਕਹਿ ਦਿੰਦੇ ਆ। ਪਰ ਐਕਚੁਅਲੀ ਉਹ ਆਪਦੀ ਫੀਲਿੰਗ ਅੰਦਰ ਰੱਖ ਕੇ ਇੰਨੀ ਫਰਸਟਰੇਟ ਹੋ ਗਈ ਆ ਕਿ ਹੁਣ ਉਹ ਬੋਲ ਰਹੀ ਆ। ਪਰ ਜਦੋਂ ਬੰਦਾ ਯੈਲ ਕਰਦਾ ਆਪਾਂ ਕਹਿੰਦੇ ਚਲੋ ਬੰਦੇ ਤਾਂ ਕਹਿੰਦੇ ਹੀ ਆ, ਬੰਦੇ ਨੂੰ ਤਾਂ ਗੁੱਸਾ ਆਉਂਦਾ ਹੀ ਆ, ਪਰ ਵੂਮਨ ਨੂੰ ਵੀ ਗੁੱਸਾ ਆਉਂਦਾ, ਰਾਈਟ? ਇਹ ਸਾਡੀ ਇਮੋਸ਼ਨਸ ਹੁੰਦੀਆਂ। ਇਹਨਾਂ ਨੂੰ ਆਪਦੀ ਇਮੋਸ਼ਨਸ ਨੂੰ ਮੈਨੇਜ ਕਰਨੀ ਵੀ ਇੱਕ ਸਕਿੱਲ ਹੁੰਦੀ ਆ। ਕੋਈ ਲੋਕ ਵਧੀਆ ਤਰ੍ਹਾਂ ਕਰ ਲੈਂਦੇ ਆ, ਜਿਹੜੇ ਜ਼ਿਆਦਾ ਨੈਗੇਟਿਵ ਥਾਟਸ 'ਚ ਫਸੇ ਰਹਿੰਦੇ, ਜਿਨ੍ਹਾਂ ਦੀ ਮੈਂਟਲ ਹੈਲਥ ਬੈਡ ਹੁੰਦੀ ਆ, ਉਹ ਆਪਦੀ ਇਮੋਸ਼ਨਸ ਨੂੰ ਵੀ ਵਧੀਆ ਤਰ੍ਹਾਂ ਮੈਨੇਜ ਨਹੀਂ ਕਰ ਪਾਉਂਦੇ। ਸੋ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਛੋਟੀ ਚੀਜ਼ 'ਚ ਬਹੁਤ ਗੁੱਸਾ ਆ ਜਾਂਦਾ, ਤੁਸੀਂ ਆਪਦੀ ਇਮੋਸ਼ਨਸ ਨੂੰ ਰੈਗੂਲੇਟ ਨਹੀਂ ਕਰ ਪਾਉਂਦੇ, ਧੜਕਣ ਵੱਧ ਜਾਂਦੀ ਹੈ। ਧੜਕਣ ਵੱਧ ਜਾਂਦੀ ਹੈ। ਦੈਟ ਮੀਨਸ ਥੋੜ੍ਹਾ ਜਿਹਾ ਤੁਹਾਨੂੰ ਉੱਥੇ, ਉਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਮੈਂਟਲ ਹੈਲਥ ਇਲਨੈਸ ਆ ਜਾਂ ਫਿਰ ਕੋਈ ਪ੍ਰੋਬਲਮ ਆ, ਮਤਲਬ ਤੁਹਾਨੂੰ ਇੱਕ ਸਕਿੱਲ ਸਿੱਖਣੀ ਆ, ਉਹ ਸਿੱਖੀ ਨਹੀਂ ਤੁਸੀਂ। ਕਦੇ ਇਹ ਸਕਿੱਲਸ ਆਪਾਂ ਆਪਦੀ ਫੈਮਿਲੀ ਤੋਂ ਸਿੱਖਦੇ ਹਾਂ, ਰਾਈਟ? ਪੇਰੈਂਟਸ ਹੁੰਦੇ ਆ, ਕੋਈ ਸਿਖਾ ਦਿੰਦੇ ਆ। ਕਦੇ ਆਪਾਂ ਇਹੋ ਜਿਹੀ ਫੈਮਿਲੀ ਚਾਹੁੰਦੇ ਹਾਂ ਜਿੱਥੇ ਆਪਾਂ ਉਹ ਨਹੀਂ ਸਿੱਖਦੇ ਜਾਂ ਕੋਈ ਰੀਜ਼ਨ ਦੇ ਕਰਕੇ ਆਪਾਂ ਸੋ ਡਿਸਫੰਕਸ਼ਨਲ ਫੈਮਿਲੀ ਹੁੰਦੀ ਹੈ। ਐਗਜ਼ੈਕਟਲੀ। ਪਰ ਉਹ ਤੁਹਾਡਾ ਕਸੂਰ ਨਹੀਂਗਾ, ਬਟ ਜੇ ਤੁਸੀਂ 45 years ਦੇ ਹੋ ਤੇ ਕਹਿ ਰਹੇ ਹੋ ਮੈਂ ਡਿਸਫੰਕਸ਼ਨਲ ਫੈਮਿਲੀ ਤੋਂ ਇਸ ਲਈ ਮੈਂ ਦੈਨ ਤੁਹਾਡਾ ਕਸੂਰ ਆ, ਬਿਕਾਜ਼ ਨਾਓ ਯੂ ਆਰ ਐਨ ਐਡਲਟ ਫॉर 20 years। ਤੁਸੀਂ ਇਹ ਸਕਿੱਲ ਸਿੱਖ ਸਕਦੇ ਹੋ, ਕੰਟਰੋਲ ਲੈ ਸਕਦੇ ਹੋ। ਜੇ ਤੁਸੀਂ ਆਪ ਨਹੀਂ ਲੈ ਸਕਦੇ, ਗੋ ਟਾਕ ਟੂ ਸਮਵਨ ਐਂਡ ਯੂ ਕੈਨ ਵਰਕ ਔਨ ਦੈਟ। ਤਾਂ ਐਂਗਰ ਮੈਨੇਜਮੈਂਟ ਹੁੰਦੇ ਆ ਕੋਰਸਿਸ ਕਾਫੀ ਸਾਡੇ। ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ, ਜਿਹੜੇ ਸਾਡੇ ਕਲਾਇੰਟਸ ਆਉਂਦੇ, ਆਪਾਂ 1-on-1 ਕਾਉਂਸਲਿੰਗ ਦੀ ਬਹੁਤ ਗੱਲ ਕਰਦੇ ਹਾਂ ਕਿ ਕੋਈ ਕਲਾਇੰਟ ਆਏ, ਕਾਉਂਸਲਰ ਬੈਠੇ ਤੇ ਆਪਾਂ ਉਹਦੀ ਗੱਲ ਕਰਨ। ਪਰ ਜਿਹੜੇ ਸਾਡੇ ਇਸ਼ੂਜ਼ ਆ, ਵਾਟ ਆਈ ਹੈਵ ਨੋਟਿਸ, ਸਾਡੀ ਕਮਿਊਨਿਟੀ, ਸਾਡੇ ਜਿਹੜੇ ਗਰੁੱਪ ਪ੍ਰੋਗਰਾਮ ਹੁੰਦੇ ਆ, ਉਹਨਾਂ ਤੋਂ ਬਹੁਤ ਸਿੱਖਦੀ ਆ, ਉਹਨਾਂ ਤੋਂ ਜ਼ਿਆਦਾ ਚੇਂਜ ਆਉਂਦੇ ਆ ਲੋਕਾਂ ਦੇ ਵਿੱਚ। ਐਂਡ ਦ ਰੀਜ਼ਨ ਇਜ਼ ਬਿਕਾਜ਼ ਜਦੋਂ ਜਸਟ 1-on-1 ਕਾਉਂਸਲਿੰਗ ਆ, ਇਟਸ ਆਲ ਔਨ ਯੂ। ਤੁਸੀਂ ਦੱਸੋ ਤੁਹਾਡੀ ਪ੍ਰੋਬਲਮ ਕੀ ਆ, ਤੁਸੀਂ ਤੇ ਲੋਕ ਦੱਸ ਨਹੀਂ ਸਕਦੇ, ਲਾਈਕ ਆਈ ਡੋਂਟ ਨੋ, ਆਮ ਨਾਟ ਹੈਪੀ ਤੇ ਮੈਨੂੰ ਪਤਾ ਨਹੀਂ ਮੈਂ ਕਿੱਥੇ ਸ਼ੁਰੂ ਕਰਾਂ। ਪਰ ਜਦੋਂ ਗਰੁੱਪ ਸੈਟਿੰਗ 'ਚ ਤੁਸੀਂ ਹੁੰਦੇ ਹੋ, ਤੁਸੀਂ ਬਸ ਅਟੈਂਡ ਕਰ ਰਹੇ ਹੋ, ਕਿਸੇ ਹੋਰ ਨੇ ਗਰੁੱਪ 'ਚ ਆਪਦੀ ਪ੍ਰੋਬਲਮਸ ਸ਼ੇਅਰ ਕਰ ਰਿਹਾ ਤੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਮੈਨੂੰ ਵੀ ਇਹ ਸੇਮ ਚੀਜ਼ ਹੋ ਰਹੀ ਆ। ਫਿਰ ਐਜ਼ ਅ ਗਰੁੱਪ ਡਿਸਕਸ਼ਨ ਹੁੰਦੀ ਹੈ, ਤੁਹਾਨੂੰ ਇਹ ਨਹੀਂ ਲੱਗਦਾ ਕਿ ਮੈਂ ਪ੍ਰੋਬਲਮ ਲਿਆ ਰਿਹਾ, ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਇਹ ਪ੍ਰੋਬਲਮ ਆ ਤੇ ਆਪਾਂ ਸਾਰੇ ਮਿਲ ਕੇ ਇਸ ਚੀਜ਼ ਦਾ ਡਿਸਕਸ਼ਨ ਕਰ ਰਹੇ ਹਾਂ। ਸੋ ਜਿਹੜੇ ਸਾਡੇ ਜਿਵੇਂ ਇਮੋਸ਼ਨ ਮੈਨੇਜਮੈਂਟ ਗਰੁੱਪ ਹੁੰਦੇ ਆ, ਮੈਨਸ ਮੈਂਟਲ ਵੈਲਨੈਸ ਗਰੁੱਪ ਹੈਗਾ, ਜਿੱਥੇ ਆਪਾਂ ਆਪਦੀ ਜਿਹੜੇ ਬੰਦਿਆਂ ਦੀ ਮੈਂਟਲ ਹੈਲਥ, ਇਹ ਬਹੁਤ ਇੰਪੋਰਟੈਂਟ ਆ ਕਿਉਂਕਿ ਬੰਦੇ ਗੱਲ ਨਹੀਂ ਕਰਦੇ, ਰਾਈਟ? ਡਰਿੰਕ 'ਚ ਚਲੇ ਜਾਂਦੇ ਆ ਤੇ ਬਹੁਤ ਘੱਟ ਮੈਨਸ ਮੈਂਟਲ ਹੈਲਥ ਕੇਸਿਸ ਸਾਨੂੰ ਆਉਂਦੇ ਆ, ਬਿਕਾਜ਼ ਜ਼ਿਆਦਾ ਐਡਿਕਸ਼ਨ ਕੇਸਿਸ ਜਾਂ ਡੋਮੈਸਟਿਕ ਵਾਇਲੈਂਸ ਕੇਸਿਸ ਆਉਂਦੇ ਆ, ਕਿਉਂਕਿ ਆਪਦੀ ਮੈਂਟਲ ਹੈਲਥ ਦੇ ਉੱਤੇ ਉਹ ਫੋਕਸ ਨਹੀਂ ਕਰਦੇ। ਜਦੋਂ ਡਰਿੰਕਿੰਗ ਇਸ਼ੂ ਬਣ ਜਾਂਦਾ, ਜਦੋਂ ਕਿਸੇ ਨੂੰ ਮਾਰਤਾ ਜਾਂ ਚਲਾ ਕੇ ਪੁਲਿਸ ਆ ਗਈ, ਫਿਰ ਉਹ ਕਾਉਂਸਲਿੰਗ 'ਚ ਆਉਂਦੇ ਆ। ਪਰ ਐਕਚੁਅਲੀ ਉਹਨਾਂ ਨੂੰ ਮੈਂਟਲ ਹੈਲਥ ਦੀ ਸਪੋਰਟ ਕਿ ਕਿਵੇਂ ਮੈਂ ਆਪਦੇ ਨੈਗੇਟਿਵ ਥਾਟਸ ਨੂੰ ਹੈਂਡਲ ਕਰਾਂ, ਇਮੋਸ਼ਨ ਨੂੰ ਕਿਵੇਂ ਮੈਨੇਜ ਕਰਾਂ, ਤੇ ਜਦੋਂ ਸਟ੍ਰੈਸ ਆਉਂਦਾ ਮੈਂ ਦੂਜਿਆਂ ਤੇ ਕੱਢਣ ਦੇ ਬਜਾਏ ਕਿਵੇਂ ਉਹਨੂੰ ਆਪ ਮੈਨੇਜ ਕਰਾਂ। ਇਹ ਸਕਿੱਲਸ ਬੰਦਿਆਂ ਨੂੰ ਵੀ ਸਿੱਖਣੀ ਚਾਹੀਦੀ ਆ, ਪਰ ਬੰਦੇ ਘੱਟ ਲੋਕਾਂ ਨਾਲ ਗੱਲ ਕਰਦੇ ਇਸ ਚੀਜ਼ ਬਾਰੇ। ਐਜ਼ ਅ ਵਾਰੀਅਰ ਬਣ ਕੇ ਚੱਲੇ ਗਏ, ਅਸੀਂ ਬਹੁਤ ਸਟਰੋਂਗ ਹੈਗੇ ਆ, ਸਾਨੂੰ ਨਾ ਤੁਸੀਂ ਦੱਸੋ। ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਕਈ ਵਾਰੀ ਇਹ ਆਪਣੇ ਮੁੰਡੇ ਆਦਮੀ ਜਿਹੜੇ ਆ ਉਹ ਐਕਸੈਪਟ ਕਰਨ ਨੂੰ ਤਿਆਰ ਨਹੀਂ, ਐਕਨੋਲੇਜ ਹੀ ਨਹੀਂ ਕਰਦੇ ਕਿ ਹਾਂ ਭਾਈ ਸਾਡੇ ਇਸ਼ੂਜ਼ ਹੈਗੇ ਆ, ਵੀ ਸਾਡੇ ਬਿਹੇਵੀਅਰ 'ਚ ਕੁਛ ਇੱਦਾਂ ਦਾ ਜਿਹੜਾ ਦੂਜਿਆਂ ਨੂੰ
ਤੰਗ ਪਰੇਸ਼ਾਨ ਕਰ ਰਿਹਾ ਹੈ, ਬਿਲਕੁਲ। ਪਰ ਜਦੋਂ ਤੱਕ ਅਸੀਂ ਰੀਅਲਾਈਜ਼ ਹੀ ਨਹੀਂ ਕਰਦੇ ਫਿਰ ਸੋਲੂਸ਼ਨ ਕਿੱਥੋਂ ਲੱਭਣਾ? ਬਿਲਕੁਲ ਬਿਲਕੁਲ। ਐਂਡ ਜੇ ਤੁਸੀਂ ਸੋਚੋ ਸਾਡੀ ਹਿਸਟਰੀ 'ਚ ਐਗਜ਼ਾਮਪਲਸ ਆ ਜਿਹੜੇ ਵੀ ਅਮੇਜ਼ਿੰਗ ਲੀਡਰ ਸੀਗੇ ਜਾਂ ਮੋਸਟ ਪਾਵਰਫੁਲ ਮੋਸਟ ਸਟਰੋਂਗ ਬੰਦੇ ਸੀਗੇ, ਉਹ ਸਾਰਿਆਂ ਦੀ ਮੈਂਟਲ ਹੈਲਥ ਬਹੁਤ ਸਟਰੋਂਗ ਸੀਗੀ। ਉਹਨਾਂ ਨੂੰ ਪਤਾ ਸੀ ਕਿ ਕਿਵੇਂ ਕਿਸ ਚੀਜ਼ ਨੂੰ ਮੈਨੇਜ ਕਰਨਾ। ਆਦੀ ਉਹ ਚਿਲਾਉਂਦੇ ਨਹੀਂ ਸੀਗੇ, ਦੇ ਵੁੱਡ ਮੈਨੇਜ ਦੇਅਰ ਇਮੋਸ਼ਨਸ ਵੈਲ। ਸੋ ਆਪਦੀ ਇਮੋਸ਼ਨਸ ਨੂੰ ਮੈਨੇਜ ਕਰਨਾ ਜਾਂ ਆਪਦੀ ਮੈਂਟਲ ਹੈਲਥ ਦੇ ਬਾਰੇ ਜਾਣਨਾ ਮੇਕਸ ਯੂ ਅ ਸਟਰੋਂਗਰ ਮੈਨ। ਬਟ ਇਹ ਸੋਸਾਇਟੀ 'ਚ ਲਿਟਲ ਥੋੜ੍ਹਾ ਜਿਹਾ ਉਲਟੀ ਜਾ ਰਹੀ ਹੈ, ਜਿੱਥੇ ਉਹ ਸੋਚਦੇ ਕਿ ਨਹੀਂ ਇਸ ਚੀਜ਼ ਬਾਰੇ ਜੇ ਆਪਾਂ ਗੱਲ ਹੀ ਨਾ ਕਰਾਂਗੇ ਵੀ ਜਸਟ ਇਗਨੋਰ ਇਟ। ਪਰ ਇਮੋਸ਼ਨ ਸਾਰੇ ਦੀ ਹੁੰਦੀ ਆ, ਬੰਦਿਆਂ ਦੀ ਇਮੋਸ਼ਨਸ ਹੁੰਦੀ ਆ, ਵੂਮਨ ਦੀ ਇਮੋਸ਼ਨਸ ਹੁੰਦੀਆਂ, ਪਰ ਵੂਮਨ ਆਪਦੀ ਇਮੋਸ਼ਨਸ ਐਕਸਪ੍ਰੈਸ ਕਰ ਦਿੰਦੀਆਂ। ਦੈਟਸ ਵਾਈ ਸੁਸਾਈਡ ਰੇਟਸ ਆਰ ਹਾਇਰ ਇਨ ਮੈਨ, ਹੈ ਨਾ। ਸੋ ਇਹ ਇੱਕ ਐਕਚੁਅਲੀ ਆਪਾਂ ਵੂਮਨ ਦੇ ਬਾਰੇ ਮੈਂ ਬਹੁਤ ਪੈਸ਼ਨੇਟ ਹਾਂ, ਬਹੁਤ ਗੱਲ ਕਰਦੇ ਹਾਂ, ਬਟ ਆਈ ਇਕੁਅਲੀ ਬਿਲੀਵ ਕਿ ਮੈਨਸ ਮੈਂਟਲ ਹੈਲਥ ਇਜ਼ ਐਜ਼ ਇੰਪੋਰਟੈਂਟ। ਅਤੇ ਜੇ ਇਫ ਯੂ ਆਰ ਅ ਮੈਨ ਐਂਡ ਯੂ ਆਰ ਲਿਸਨਿੰਗ ਅਤੇ ਤੁਹਾਨੂੰ ਲੱਗਦਾ ਕਿ ਤੁਸੀਂ ਆਪਦੀ ਲਾਈਫ ਕੱਟ ਰਹੇ ਹੋ, ਜਿਹੜਾ ਤੁਹਾਨੂੰ ਕਿਹਾ ਗਿਆ ਉਹ ਕਰ ਰਹੇ ਹੋ, ਬਸ ਆਪਦਾ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਸੀਂ ਖੁਸ਼ ਨਹੀਂ ਗਏ, ਦੈਨ ਯੂ ਨੀਡ ਟੂ ਟਾਕ ਟੂ ਸਮਬਡੀ ਜਿਹੜਾ ਤੁਹਾਨੂੰ ਪੋਜ਼ਿਟਿਵਲੀ ਸੁਣੂਗਾ ਅਤੇ ਤੁਹਾਨੂੰ ਸਹੀ ਪਾਸੇ ਗਾਈਡ ਕਰੂਗਾ। ਜੀ, ਅੱਛਾ, ਗਾਈਡ ਕਰਦੇ ਆ ਵੀ ਸਾਡੇ ਸੁਣਨ ਵਾਲੇ ਕੋਈ ਇੱਦਾਂ ਸੋਚਦੇ ਆ ਕਿ ਕਾਉਂਸਲਰ ਨੂੰ ਮਿਲਣਾ ਆ ਕਿ ਉਹਨਾਂ ਨੇ ਸਾਡੀਆਂ ਪ੍ਰੋਬਲਮਸ ਥੋੜ੍ਹੀ ਦੂਰ ਕਰ ਦੇਣੀਆਂ। ਦੈਟਸ ਰਾਈਟ। ਹਾਂ, ਇਹ ਬਹੁਤ ਸੁਣਨ ਨੂੰ ਮਿਲਦਾ ਕਿ ਆਪਾਂ ਗੱਲ ਕਰਕੇ ਕੀ ਫਰਸਟ ਸੈਸ਼ਨ 'ਚ ਵੀ ਲੋਕ ਕਹਿੰਦੇ ਆ ਕਿ ਗੱਲ ਕਰਕੇ ਕੀ ਸੋਲਵ ਹੁੰਦਾ। ਐਂਡ ਆਈ ਥਿੰਕ ਇਹ ਗੱਲ ਕਰਕੇ ਕੁਛ ਆਪਾਂ ਇਹ ਗਾਰੰਟੀ ਨਹੀਂ ਕਰ ਸਕਦੇ ਕੁਛ ਸੋਲਵ ਹੋਊਗਾ, ਪਰ ਜੇ ਤੁਸੀਂ ਗੱਲ ਕਰੋਗੇ ਅ ਲੋਟ ਆਫ ਟਾਈਮਸ ਉਹ ਚੀਜ਼ਾਂ ਬਾਹਰ ਆਉਂਦੀਆਂ ਜਿਹੜੀ ਤੁਹਾਨੂੰ ਵੀ ਨਹੀਂ ਪਤਾ ਸੀ ਤੁਹਾਡੇ ਅੰਦਰ ਸੀਗੀ। ਅਤੇ ਕਾਉਂਸਲਰ ਦਾ ਕੰਮ ਇਹ ਹੁੰਦਾ ਕਿ ਕਾਉਂਸਲਰ ਦਾ ਕੰਮ ਮੇਨਲੀ ਇਹ ਆ ਕਿ ਸਹੀ ਕੁਐਸਚਨਸ ਪੁੱਛਣਾ, ਕਿਉਂਕਿ ਤੁਸੀਂ ਕੋਈ ਗੱਲ ਕਰੋਗੇ ਪਰ ਕਿਹੋ ਜਿਹੇ ਕੁਐਸਚਨਸ ਮੈਂ ਪੁੱਛਾਂਗੀ, ਦੈਨ ਦੈਟ ਵਿਲ ਗਾਈਡ ਯੂ ਟੂਵਰਡਸ ਦੀ ਆਨਸਰ ਐਂਡ ਤੁਸੀਂ ਆਪ ਹੀ ਆਨਸਰ ਦੋਗੇ, ਐਂਡ ਦੈਨ ਯੂ ਵਿਲ ਰਿਅਲਾਈਜ਼ ਪ੍ਰੋਬਲਮ ਕੀ ਸੀਗੀ। ਸੋ ਕਾਉਂਸਲਿੰਗ ਇੱਕ ਆਰਟ ਵੀ ਹੁੰਦਾ, ਇੱਕ ਸਾਇੰਸ ਵੀ ਹੁੰਦੀ ਆ। ਸੋ ਇਟਸ ਐਨ ਆਰਟ ਆਫ ਅੰਡਰਸਟੈਂਡਿੰਗ ਕਿ ਕਿਹੜੇ ਕੁਐਸਚਨਸ ਪੁੱਛਣੇ ਆ ਇਸ ਪਰਸਨ ਨੂੰ, ਕਿਉਂਕਿ ਕਿਸ ਚੀਜ਼ ਦੇ ਤਰਫ ਆਪਾਂ ਲੈ ਕੇ ਜਾਣਾ ਇਨਟੂ ਅ ਪੋਜ਼ਿਟਿਵ। ਸੋ ਗੱਲ ਕਰਕੇ ਵੀ ਕੈਨ ਸਮਟਾਈਮਸ ਫਿਗਰ ਆਊਟ the root cause of the issue, ਤੇ ਉਹਦੇ 'ਤੇ ਕੰਮ ਕਰਨਾ ਇਜ਼ ਮੋਰ ਇੰਪੋਰਟੈਂਟ, ਕਿਉਂਕਿ ਕਾਉਂਸਲਿੰਗ ਨਾਲ ਆਪਾਂ ਫਾਈਨੈਂਸ਼ੀਅਲ ਪ੍ਰੋਬਲਮਸ ਤਾਂ ਸੋਲਵ ਨਹੀਂ ਕਰ ਸਕਦੇ, ਵੈਦਰ ਨਹੀਂ ਚੇਂਜ, ਤੁਹਾਡੀ ਵਾਈਫ ਨਹੀਂ ਚੇਂਜ ਕਰ ਸਕਦੇ, ਤੁਹਾਡੇ ਬੱਚੇ ਨਹੀਂ ਚੇਂਜ ਕਰ ਸਕਦੇ, ਬਟ ਤੁਸੀਂ ਆਪਦੀ ਸੈਲਫ ਅਵੇਅਰਨੈਸ ਵਧਾ ਸਕਦੇ ਹੋ। ਐਂਡ ਜਦੋਂ ਤੁਸੀਂ ਆਪਦੀ ਸੈਲਫ ਅਵੇਅਰਨੈਸ ਵਧਾਉਂਦੇ ਹੋ, ਤੁਹਾਡੀ ਰਿਲੇਸ਼ਨਸ਼ਿਪਸ ਬੈਟਰ ਹੁੰਦੀਆਂ ਐਂਡ ਤੁਹਾਡੀ ਮੈਂਟਲ ਹੈਲਥ ਬੈਟਰ ਹੁੰਦੀ ਆ। ਅਸੀਂ ਗੱਲਬਾਤ ਕਰ ਰਹੇ ਹਾਂ ਕਿ ਮੈਂਟਲ ਹੈਲਥ ਇਸ਼ੂਜ਼ ਜਦੋਂ ਕਿ ਸਾਨੂੰ ਆਪਣੇ ਇਮੋਸ਼ਨਸ, ਫੀਲਿੰਗਸ, ਇਹ ਸਭ ਕੁਛ ਕਨਫਿਊਜ਼ ਜਿਹਾ ਲੱਗੇ, ਆਲੇ ਦੁਆਲੇ ਕੋਈ ਦੁੱਖ ਹੋ ਸਕਦੇ, ਪਰੇਸ਼ਾਨੀਆਂ ਹੋ ਸਕਦੀਆਂ, ਉਹਦੇ ਕਰਕੇ ਬ੍ਰੇਨ ਫੌਗ ਵੀ ਕਈ ਵਾਰੀ ਮਹਿਸੂਸ ਕਰਦੇ ਹਾਂ। ਤਾਂ ਇੱਕ ਸੰਕੇਤ ਹੈ ਕਿ ਤੁਸੀਂ ਆਪਣੇ ਇਮੋਸ਼ਨਸ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ, ਇਹਦੇ ਵਾਸਤੇ ਹੈਲਪ ਸੀਕ ਕਰ ਸਕਦੇ ਹੋ। ਪਹਿਲਾਂ ਤਾਂ ਆਪਣੇ ਡਾਕਟਰ ਨਾਲ ਗੱਲ ਕਰ ਲਓ, ਨਹੀਂ ਤਾਂ ਕਾਉਂਸਲਰ ਜਿਵੇਂ ਕਿ PCHS 'ਤੇ ਅਵੇਲੇਬਲ ਨੇ, ਉੱਥੇ ਰੀਚ ਆਊਟ ਕੀਤਾ ਜਾ ਸਕਦਾ ਹੈ। ਇਹ ਦੱਸੋ ਤਾਨੀਆ ਕਿ ਪਹਿਲਾਂ ਤਾਂ ਜੇ ਤੁਹਾਨੂੰ ਕੋਈ ਮਿਲਣਾ ਚਾਹੁੰਦਾ, ਕੀ ਡਾਕਟਰ ਕੋਲੋਂ ਰੈਫਰਲ ਲੈਣਾ ਪਊਗਾ? ਨਹੀਂ। ਸੋ PCHS ਕੈਲਗਰੀ 'ਚ ਤੁਸੀਂ ਡਾਇਰੈਕਟਲੀ ਕਾਲ ਕਰਕੇ ਸਰਵਿਸਿਜ਼ ਲੈ ਸਕਦੇ ਹੋ, ਤੁਹਾਨੂੰ ਕੋਈ ਰੈਫਰਲ ਦੀ ਲੋੜ ਨਹੀਂ ਗੀ। ਤੁਸੀਂ ਸਾਡੇ ਮੇਨ ਲਾਈਨ ਨੰਬਰ 'ਤੇ ਕਾਲ ਕਰੋ ਐਂਡ ਤੁਹਾਨੂੰ ਇਨਟੇਕ ਵਰਕਰ 'ਤੇ ਕਾਲ ਆਊਗੀ ਅਤੇ ਤੁਸੀਂ ਇਨ ਸ਼ਾਰਟ ਆਪਦੀ ਕੰਸਰਨ ਦੱਸ ਸਕਦੇ ਹੋ, ਐਂਡ ਦੈਨ ਵੀਲ ਫਿਟ ਯੂ ਵਿਦ ਦ ਰਾਈਟ ਕਾਉਂਸਲਰ ਐਂਡ ਰਾਈਟ ਸਪੋਰਟ, ਰਾਈਟ ਗਰੁੱਪਸ। ਤੁਸੀਂ ਨੰਬਰ ਸ਼ੇਅਰ ਕਰਨਾ ਚਾਹੋਗੇ? 5879999312 ਜੀ। ਸਾਡੇ ਲਿਸਨਰ ਬਰਮੈਲ ਕੌਰ ਪਸੰਦ ਕਰ ਰਿਹਾ, ਕਹਿੰਦੇ ਕਿ ਇੱਦਾਂ ਦੇ ਪ੍ਰੋਗਰਾਮ ਜਿਹੜੇ ਹੈ ਉਹ ਕੋਈ ਸ਼ਰਮਿੰਦਗੀ ਜਾਂ ਜਿਹਨੂੰ ਕਲੰਕ ਸਮਝਿਆ ਜਾਂਦਾ ਇਹਦੇ ਬਾਰੇ, ਮੈਂਟਲ ਹੈਲਥ ਦੇ ਬਾਰੇ ਗੱਲ ਕਰਨ ਲਈ ਅਜਿਹੇ ਪ੍ਰੋਗਰਾਮ ਉਸ ਸਟਿਗਮਾ ਨੂੰ ਦੂਰ ਕਰਨ 'ਚ ਹੈਲਪ ਜ਼ਰੂਰ ਕਰਦੇ ਆ। ਥੈਂਕ ਯੂ ਫॉर ਰੇਜ਼ਿੰਗ ਅਵੇਅਰਨੈਸ ਗੁਰਪ੍ਰੀਤ। ਅਤੇ ਅੱਗੇ ਕਹਿੰਦੇ ਆ ਕਿ ਕਾਜ਼ਜ਼ ਆਫ ਮੈਂਟਲ ਹੈਲਥ ਸਮਝਣੇ ਬਹੁਤ ਜ਼ਰੂਰੀ ਹੈ, ਰਿਸੋਰਸਿਸ ਅਵੇਲੇਬਲ ਸਾਡੇ ਕੋਲ ਹੈਗੇ ਆ। ਅਤੇ ਕਹਿੰਦੇ ਈਜ਼ੀਅਰ ਹੁੰਦਾ ਦੂਜਿਆਂ ਨੂੰ ਬਲੇਮ ਕਰਨਾ, ਪਰ ਇੰਪੋਰਟੈਂਟ ਹੈ ਕਿ ਆਪਣੇ ਆਪ ਨੂੰ ਵੀ ਅਸੀਂ ਸਮਝੀਏ ਕਿ ਇਸ ਸਿਚੁਏਸ਼ਨ ਦੇ ਵਿੱਚ ਸਾਡਾ ਰੋਲ ਕੀ ਹੈ। ਬਿਲਕੁਲ। ਇਹ ਬਹੁਤ ਕਾਮਨ ਹੈਗਾ ਕਿ ਜਦੋਂ ਆਪਾਂ ਫਰਸਟਰੇਟ ਹੁੰਦੇ ਹਾਂ ਅਤੇ ਸਾਨੂੰ ਕੋਈ ਨੈਗੇਟਿਵ ਫੀਲਿੰਗਸ ਜਾਂ ਸਟਰੈਸ ਹੁੰਦਾ, ਆਪਾਂ ਸਾਡੀ ਕਮਿਊਨਿਟੀ 'ਚ ਵੀ ਕਾਫੀ ਆਈ ਥਿੰਕ ਸਾਰੇ ਓਵਰ ਦ ਵਰਲਡ ਕਰਦੇ ਆ, ਪਰ ਸਪੈਸ਼ਲੀ ਇਨ ਆਰ ਕਮਿਊਨਿਟੀ ਬਲੇਮ, ਆਪਾਂ ਦੂਜਿਆਂ ਨੂੰ ਬਲੇਮ ਜਾਂ ਕ੍ਰਿਟਿਸਾਈਜ਼ ਕਰਨਾ ਬਹੁਤ, ਉਹਦੇ ਨਾਲ ਸਾਨੂੰ ਥੋੜ੍ਹਾ ਵਧੀਆ ਫੀਲ ਹੁੰਦਾ। ਅਤੇ ਐਕਚੁਅਲੀ ਗੌਟਮੈਨ ਹੈਗੇ ਆ ਜਿਹੜੇ ਰਿਲੇਸ਼ਨਸ਼ਿਪ 'ਚ ਉਹਨਾਂ ਨੇ ਬਹੁਤ ਰਿਸਰਚ ਕੀਤੀ ਆ, ਅਤੇ ਉਹ ਕਹਿੰਦੇ ਆ ਕਿ ਜੇ ਤੁਸੀਂ ਇੱਕ ਰਿਲੇਸ਼ਨਸ਼ਿਪ ਤੋੜਨੀ ਆ, ਤੁਸੀਂ ਦੋ ਚੀਜ਼ਾਂ ਕਰੋ, ਬਲੇਮ ਅਤੇ ਕ੍ਰਿਟਿਸਾਈਜ਼। ਉਹਨਾਂ ਨੇ ਰਿਸਰਚ
ਰਿਸਰਚ ਕਰਕੇ ਇਹ ਪ੍ਰੂਵ ਕੀਤਾ ਐਂਡ ਜੇ ਤੁਸੀਂ ਇੱਕ ਰਿਲੇਸ਼ਨਸ਼ਿਪ ਸਟਰੈਂਥਨ ਕਰਨੀ ਹੈ ਜੋੜਨੀ ਆ ਤੁਸੀਂ ਲਿਸਨ ਤੇ ਵੈਲੀਡੇਟ ਦੈਟ ਮੀਨਸ ਉਹ ਲੋਕ ਕਿਸੇ ਦੀ ਸੁਣੋ ਤੇ ਉਹਨਾਂ ਨੂੰ ਇਹ ਅਹਿਸਾਸ ਦਿਲਾਓ ਕਿ ਤੁਹਾਨੂੰ ਸਮਝ ਆ ਗਈ ਤਾਂ ਉਹ ਕੀ ਕਹਿ ਰਿਹਾ ਹਾਂਜੀ ਸੋ ਆਪਾਂ ਜਦੋਂ ਬਲੇਮ ਤੇ ਕ੍ਰਿਟਿਸਾਈਜ਼ ਕਰਦੇ ਆ ਇਹ ਬਹੁਤ ਕਾਮਨਲੀ ਇਹ ਯੂਜ਼ ਕਰਨ ਲੱਗ ਜਾਂਦੇ ਆ ਆਪਾਂ ਰਿਲੇਸ਼ਨਸ਼ਿਪ ਨੂੰ ਹੋਰ ਤੋੜ ਰਹੇ ਆ ਤੇ ਨਾਲੇ ਜਦ ਆਪਾਂ ਕਿਸੇ ਹੋਰ ਨੂੰ ਫੋਰਸ ਨਹੀਂ ਕਰ ਸਕਦੇ ਕਾਉਂਸਲਿੰਗ ਲੈਣ ਨੂੰ ਬਹੁਤ ਲੋਕ ਹੈਗੇ ਜਿਹੜੇ ਕਹਿੰਦੇ ਆ ਕਿ ਤੈਨੂੰ ਕਾਉਂਸਲਿੰਗ ਚਾਹੀਦੀ ਆਪਾਂ ਦੂਜਿਆਂ ਨੂੰ ਬਹੁਤ ਕਹਿੰਦੇ ਆ ਬਟ ਜੇ ਇਟਸ ਓਕੇ ਜੇ ਤੁਹਾਡੀ ਫੈਮਿਲੀ 'ਚ ਤੁਹਾਨੂੰ ਲੱਗਦਾ ਕਿਸੇ ਨੂੰ ਕਾਉਂਸਲਿੰਗ ਦੀ ਲੋੜ ਆ ਤੇ ਉਹ ਨਹੀਂ ਜਾ ਰਹੇ ਤੁਹਾਨੂੰ ਉਹਦੇ ਕਰਕੇ ਸਟ੍ਰੈਸ ਹੋ ਰਿਹਾ ਤੁਸੀਂ ਆ ਸਕਦੇ ਹੋ ਕਿ ਤੁਸੀਂ ਆਪਦੀ ਲਾਈਫ ਜਿਓ ਤੇ ਕਾਉਂਸਲਿੰਗ ਨਾਲ ਕਦੇ ਕਦੇ ਜਦੋਂ ਤੁਸੀਂ ਲੈਣ ਲੱਗ ਜਾਂਦੇ ਹੋ ਯੂ ਵਿਲ ਫਾਈਂਡ ਦ ਰਾਈਟ ਵਰਡਸ ਟੂ ਸਪੋਰਟ ਦੀ ਅਦਰ ਪਰਸਨ ਤੇ ਉਹਨੂੰ ਵੀ ਉਸ ਰਾਸਤੇ ਤੇ ਲਾ ਸਕਦੇ ਹੋ ਤੁਸੀਂ ਉਹਨਾਂ ਨੂੰ ਸਪੋਰਟ ਕਰ ਸਕਦੇ ਹੋ ਸੋ ਆਪਾਂ ਇਹ ਦੂਜਿਆਂ ਨੂੰ ਜੱਜ ਕਰਨ ਨੂੰ ਹੈ ਨਹੀਂ ਕਿ ਕਿਹਦੀ ਮੈਂਟਲ ਹੈਲਥ ਕਿਹੋ ਜਿਹੀ ਹੈ ਇਟਸ ਅ ਸੈਲਫ ਅਸੈਸਮੈਂਟ ਸੋ ਤੁਸੀਂ ਆਪ ਸੋਚੋ ਕਿ ਤੁਹਾਡੀ ਮੈਂਟਲ ਹੈਲਥ ਕਿੱਥੇ ਆ ਕੋਈ ਵੀ ਰੀਜ਼ਨ ਦੇ ਕਰਕੇ ਤੁਹਾਡੀ ਫੈਮਿਲੀ ਦੇ ਕਰਕੇ ਤੁਹਾਡੀ ਸਰਾਊਂਡਿੰਗਸ ਦੇ ਤੁਸੀਂ ਚੇਂਜ ਨਹੀਂ ਕਰ ਸਕਦੇ ਪਰ ਤੁਸੀਂ ਆਪਦਾ ਮੈਂਟਲ ਹੈਲਥ ਠੀਕ ਕਰ ਸਕਦੇ ਹੋ ਡਿਸਪਾਈਟ ਦ ਸਰਕਮਸਟੈਂਸਿਸ ਯੂ ਆਰ ਇਨ ਤੇ ਉਹਦੇ ਲਈ ਜੇ ਤੁਹਾਨੂੰ ਸਪੋਰਟ ਚਾਹੀਦਾ ਤੁਸੀਂ ਕਾਉਂਸਲਿੰਗ ਸਪੋਰਟ ਲੈ ਸਕਦੇ ਹੋ ਰਾਈਟ ਨੈਕਸਟ ਇਜ਼ ਅ ਵੈਰੀ ਸੈਂਸਿਟਿਵ ਟੌਪਿਕ ਔਰ ਇਹਨਾਂ ਦਾ ਜਿਹੜਾ ਕੰਸਰਨ ਹੈ ਅਨੋਨਿਮਸ ਰਹਿਣਾ ਚਾਹੁੰਦੇ ਆ ਸਾਡੇ ਲਿਸਨਰ ਕਹਿੰਦੇ ਕਿ ਇਮੋਸ਼ਨਲੀ ਹਰਾਸ ਹੋ ਰਹੇ ਨੇ ਉਹਨਾਂ ਦੀ ਵਾਈਫ ਵੱਲੋਂ ਉਹ ਕਈ ਸਾਲ ਹੋ ਗਏ ਨੇ ਕਿ ਕੋਈ ਫਿਜ਼ੀਕਲ ਰਿਲੇਸ਼ਨਸ਼ਿਪ ਵੀ ਨਹੀਂ ਹੈ ਉਹਨਾਂ ਦਾ ਆਪਸ ਵਿੱਚ ਦੋ ਜੀਆਂ ਦਾ ਤੇ ਇਹ ਵੀ ਦੱਸਿਆ ਉਹਨਾਂ ਨੇ ਕਿ ਪਿਛਲੇ 20 ਸਾਲਾਂ ਤੋਂ ਉਹਨਾਂ ਦੇ ਪਾਰਟਨਰ ਜਿਹੜੇ ਵਾਈਫ ਨੇ ਉਹ ਡਿਪਰੈਸ਼ਨ ਦੀਆਂ ਗੋਲੀਆਂ ਵੀ ਲੈ ਰਹੇ ਨੇ ਤੇ ਜਿਹਦੇ ਕਰਕੇ ਉਹਨਾਂ ਤੇ ਵੀ ਅਸਰ ਪੈ ਰਿਹਾ ਹੈ ਬਿਲਕੁਲ ਬਿਲਕੁਲ ਜਦੋਂ ਇਹੋ ਜਿਹੀ ਸਿਚੁਏਸ਼ਨਸ ਹੁੰਦੀਆਂ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਸਪੋਰਟ ਲਓ ਸੋ ਸਾਡੀ ਆਰਗੇਨਾਈਜੇਸ਼ਨ 'ਚ ਜਦੋਂ ਤੁਸੀਂ ਆਉਂਦੇ ਹੋ ਅਸੀਂ ਤੁਹਾਡੀ ਇਨਫੋਰਮੇਸ਼ਨ ਲੈਂਦੇ ਹਾਂ ਪਰ ਉਹ ਸਾਰੀ ਕੌਨਫੀਡੈਂਸ਼ੀਅਲ ਰਹਿੰਦੀ ਆ ਅਸੀਂ ਬਾਹਰ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਐਂਡ ਜੇ ਤੁਸੀਂ ਕਹੋ ਕਿ ਮੈਨੂੰ ਸਾਡੇ ਡਾਕਟਰ ਨਾਲ ਗੱਲ ਕਰ ਲਓ ਜਾਂ ਮੇਰੀ ਵਾਈਫ ਨਾਲ ਗੱਲ ਕਰ ਲਓ ਉਹ ਦੈਨ ਓਨਲੀ ਵੀ ਕੈਨ ਮੇਕ ਦੋਜ਼ ਕਨਵਰਸੇਸ਼ਨਸ ਸੋ ਤੁਹਾਡੀ ਆਈਡੈਂਟੀਟੀ ਇੱਕਦਮ ਕੌਨਫੀਡੈਂਸ਼ੀਅਲ ਰਹਿੰਦੀ ਹੈ ਦੈਟ ਇਜ਼ ਦ ਅਟਮੋਸਟ ਇੰਪੋਰਟੈਂਟ ਥਿੰਗ ਜਦੋਂ ਆਪਾਂ ਕਾਉਂਸਲਿੰਗ ਦਿੰਦੇ ਹਾਂ ਸੋ ਇਟ ਜੇ ਜਿਵੇਂ ਮੈਂ ਕਹਿ ਰਹੀ ਹਾਂ ਜੇ ਤੁਸੀਂ ਆਪਦੇ ਪਾਰਟਨਰ ਨੂੰ ਜਾਂ ਆਪਦੀ ਕੋਈ ਫੈਮਿਲੀ ਮੈਂਬਰ ਨੂੰ ਨਹੀਂ ਲਿਆ ਸਕਦੇ ਤੁਸੀਂ ਆਪ ਆ ਸਕਦੇ ਹੋ ਇਹ ਥੋੜ੍ਹਾ ਜਿਹਾ ਡਿਫਰੈਂਸ ਇੱਥੇ PCHS ਥੋੜ੍ਹਾ ਡਿਫਰੈਂਟ ਹੈਗਾ ਬਿਕੋਜ਼ ਜਿਹੜੇ ਨਾਰਮਲ ਕਾਉਂਸਲਿੰਗ ਆਰਗੇਨਾਈਜੇਸ਼ਨ ਹੈਗੇ ਆ ਜਦੋਂ ਕਿਸੇ ਨੂੰ ਜਿਵੇਂ ਨਸ਼ੇ ਦੀ ਆ ਬਹੁਤ ਡਿਪਰੈਸ਼ਨ ਦੀ ਇਸ਼ੂ ਹੁੰਦਾ ਉਹ ਕਹਿੰਦੇ ਆ ਕਿ ਉਹਨੂੰ ਲੈ ਕੇ ਆਓ ਅਸੀਂ ਅਸੀਂ ਨਹੀਂ ਜਾ ਕੇ ਕਰ ਸਕਦੇ ਉਹਨੂੰ ਤੁਸੀਂ ਲੈ ਕੇ ਆਓ ਫਿਰ ਹੀ ਆਪਾਂ ਹੈਲਪ ਕਰ ਸਕਦੇ ਹਾਂ ਬਟ ਅਸੀਂ ਸਮਝਦੇ ਹਾਂ ਕਿ ਇਹ ਫੈਮਿਲੀ ਇਸ਼ੂ ਬਣ ਜਾਂਦਾ ਸੋ ਜੇ ਤੁਹਾਡੀ ਫੈਮਿਲੀ 'ਚ ਜਾਂ ਤੁਹਾਡੇ ਨਾਲ ਕੋਈ ਇਹੋ ਜਿਹਾ ਪਰਸਨ ਹੈਗਾ ਜਿਹਦੇ ਕਰਕੇ ਤੁਹਾਨੂੰ ਮੁਸ਼ਕਿਲ ਆ ਰਹੀ ਆ ਤੇ ਤੁਸੀਂ ਉਹਨਾਂ ਨੂੰ ਨਹੀਂ ਲਿਆ ਸਕਦੇ ਤੁਸੀਂ ਆਪ ਆ ਸਕਦੇ ਹੋ ਬਿਕੋਜ਼ ਉਹਦੇ ਨਾਲ ਵੀ ਤੁਸੀਂ ਬਹੁਤ ਸਾਰੀ ਚੀਜ਼ਾਂ ਸਿੱਖ ਸਕਦੇ ਹੋ ਕਿ ਹਾਊ ਟੂ ਹੈਂਡਲ ਇਟ ਹਾਊ ਟੂ ਮੇਕ ਸ਼ੋਰ ਕਿ ਤੁਸੀਂ ਵੀ ਇੱਕ ਪੋਜ਼ਿਟਿਵ ਮਾਈਂਡਸੈਟ 'ਚ ਰਹਿ ਸਕਦੇ ਹੋ ਵੈਨ ਯੂ ਆਰ ਸਪੋਰਟਿੰਗ ਸਮਬਡੀ ਲਾਈਕ ਦੈਟ That's right. ਤਾਨੀਆ ਪੁਲਰ ਸਾਡੇ ਨਾਲ PCHS ਕੈਲਗਰੀ ਤੋਂ ਨੇ ਵੀ ਡਿਡ ਆਰ ਸ਼ੋ ਟੁਡੇ ਕਿ ਬਈ ਮੈਂਟਲ ਹੈਲਥ ਕੰਸਰਨਸ ਜੇਕਰ ਹੈਗੇ ਆ ਤਾਂ ਕੋਈ ਹਰਜ਼ ਨਹੀਂ ਹੈ ਇਹਦੇ ਬਾਰੇ ਗੱਲਬਾਤ ਕਰਨਾ ਥੈਰੇਪੀ ਲੈਣਾ ਕਾਉਂਸਲਰ ਦੇ ਨਾਲ ਬਹਿ ਕੇ ਕੁਝ ਸਕਿੱਲਸ ਸਿੱਖ ਲੈਣੀਆਂ ਕੁਝ ਸੈਟ ਆਫ ਸਕਿੱਲਸ ਹੀ ਮਿਲਣਗੀਆਂ ਕੁਝ ਚੰਗਾ ਹੀ ਹਾਸਲ ਹੋਏਗਾ ਤਾਨੀਆ ਸਾਡੇ ਬਹੁਤ ਸਾਰੇ ਲਿਸਨਰਸ ਨੇ ਸਾਡੇ ਅਵਤਾਰ ਕੁਲਬੀਰ ਰਜਮੀਤ ਨੰਬਰ ਚਾਹੁੰਦੇ ਆ ਕਿ ਤੁਸੀਂ ਜੇ ਦੱਸ ਦਿਓ ਸਾਡਾ ਨੰਬਰ ਹੈਗਾ 587-999 9312 587-999-9312 ਤੇ ਸਾਡੇ ਕਾਫੀ ਗਰੁੱਪ ਪ੍ਰੋਗਰਾਮਸ ਹੈਗੇ ਆ ਵਨ ਔਨ ਵਨ ਅਸੀਂ ਕਾਉਂਸਲਿੰਗ ਦਿੰਦੇ ਆ ਜੇ ਤੁਹਾਨੂੰ ਪੈਰੈਂਟਿੰਗ ਕੁਐਸਚਨਸ ਹੈਗੇ ਆ ਅਸੀਂ ਇੱਕ ਪੈਰੈਂਟਿੰਗ ਗਰੁੱਪ ਸ਼ੁਰੂ ਕਰ ਰਹੇ ਹਾਂ ਦਿਸ ਸੈਟਰਡੇ ਇਹਦੀ ਇਨਫੋਰਮੇਸ਼ਨ ਤੁਸੀਂ ਕਾਲ ਕਰਕੇ ਫਾਈਂਡ ਆਊਟ ਕਰ ਸਕਦੇ ਹੋ ਤੇ ਯੂਥ ਗਰੁੱਪ ਵੀ ਜੇ ਯੂਥ ਹੈਗੇ ਆ ਜਿਨ੍ਹਾਂ ਨੂੰ ਸਪੋਰਟ ਚਾਹੀਦਾ ਜਾਂ ਆਪਦੀ ਸਟ੍ਰੈਸਡ ਆਊਟ ਹੈਗੇ ਆ ਅਟੈਂਡ ਕਰਨਾ ਚਾਹੁੰਦੇ ਆ ਗਰੁੱਪ ਉਹ ਵੀ ਅਸੀਂ ਕਰਦੇ ਹਾਂ ਐਵਰੀ ਸੈਟਰਡੇ And final message? Final message ਇਹੀ ਹੈ ਕਿ ਆਈ ਥਿੰਕ ਸਾਰੇ ਜਿਹੜੇ ਵੀ ਸੁਣ ਰਹੇ ਆ ਜਸਟ ਵੀ ਆਲ ਵਾਂਟ ਸਾਡੀ ਕਮਿਊਨਿਟੀ ਐਵਰੀਵਨ ਟੂ ਥਰਾਈਵ ਐਂਡ ਬੀ ਹੈਪੀ ਐਂਡ ਮੈਂ ਚਾਹੁੰਦੀ ਹਾਂ ਕਿ ਸਾਰੇ ਲੋਕ ਆਪਦੀ ਲਾਈਫ ਜੀਏ ਤੇ ਆਏ ਨਾ ਲੱਗੇ ਕਿ ਤੁਸੀਂ ਆਪਦੀ ਲਾਈਫ ਕੱਟ ਰਹੇ ਹੋ ਜਾਂ ਫਿਰ ਮੁਸ਼ਕਿਲ ਹੋ ਜਾਂ ਫਿਰ ਇੱਕ ਅਨਹੈਪੀਲੀ ਰਹਿ ਰਹੇ ਹੋ ਅਸੀਂ PCHS ਕੈਲਗਰੀ 'ਚ ਕਲਚਰਲੀ ਕੰਪੀਟੈਂਟ ਸਪੋਰਟ ਦਿੰਦੇ ਹਾਂ ਦੈਟ ਮੀਨਸ ਅਸੀਂ ਤੁਹਾਡਾ ਕਲਚਰ ਸਮਝ ਕੇ ਤੁਹਾਨੂੰ ਤੁਹਾਡੀ ਇਸ਼ੂਜ਼ ਦੇ ਉੱਤੇ ਹੈਲਪ ਕਰਦੇ ਹਾਂ ਨਾਲੇ ਇਟ ਇਜ਼ ਫ੍ਰੀ ਆਫ ਕਾਸਟ ਐਂਡ completely confidential and I think it's a privilege to be able to serve our community with this so I really hope to see the advantage ਲਓਗੇ ਤੇ ਸਾਡੇ ਨਾਲ ਆ ਕੇ counseling ਲਓਗੇ thank you so much for this valuable information Tanya I appreciate thank you so much Gurpreet thank you